ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਔਨ 에ਅਰ ਚੈਨਲ ਪ੍ਰੋਗਰਾਮ ਸਾਂਝ ਸਵੇਰ ਦੇ ਨਾਲ। ਅਸੀਂ ਹਾਜ਼ਰ ਹਾਂ ਜੀ। ਮੈਂ ਰਮਨ ਤੂਰ ਤੇ ਮੇਰੇ ਨਾਲ ਕਮਲਜੀਤ ਸਿੱਧੂ ਜੀ। ਬਹੁਤ ਬਹੁਤ ਸਵਾਗਤ ਸਰ। ਹਾਂਜੀ, ਸਵਾਗਤ ਹੈ ਰਮਨ ਜੀ ਤੁਹਾਡਾ ਵੀ। ਔਰ ਕਿਸ ਤਰ੍ਹਾਂ ਦਾ ਅੱਜ ਦਿਨ ਲੱਗ ਰਿਹਾ ਹੈ? ਤੁਸੀਂ ਅੱਜ ਇਸ ਬਾਰੇ ਕੀ ਚਰਚਾ ਕਰ ਰਹੇ ਹੋ? ਜਿਹੜਾ ਦਿਨ ਆ ਅੱਜ ਦਾ ਉਹ ਬਹੁਤ ਜ਼ਿਆਦਾ ਠੰਡ ਵਾਲਾ ਵਾ। ਲੋਕਾਂ ਨੂੰ ਇਹ ਲੱਗ ਰਿਹਾ ਸੀ ਵੀ ਪਹਿਲਾਂ ਬੱਦਲਵਾਈ ਜੀ ਹੋਈ, ਮੀਂਹ ਪਿਆ ਤੇ ਉਹਨਾਂ ਨੂੰ ਲੱਗਿਆ ਵੀ ਬੜਾ ਨਿੱਘ ਆ ਗਿਆ ਹੋਇਆ, ਪਰ ਬਿਲਕੁਲ ਜਿਹੜਾ ਨਿੱਘ ਉਹ ਹੈ ਨਹੀਂ। ਉਹ ਨਿੱਘ ਜਿਹੜਾ ਇੱਕ ਅੱਧੇ ਦਿਨ ਤੱਕ ਹੁੰਦਾ, ਤੇ ਵੈਸੇ ਵੀ ਕਹਿੰਦੇ ਹੁੰਦੇ ਆ ਵੀ ਲੋਹੜੀ ਤੱਕ ਜਿਹੜਾ ਮੌਸਮ ਆਪਣੇ ਰੰਗ ਬਿਲਕੁਲ ਤਰ੍ਹਾਂ ਤਰ੍ਹਾਂ ਦੇ ਦਿਖਾਉਂਦਾ ਰਹਿੰਦਾ, ਤੇ ਬਿਲਕੁਲ ਵਾਪਸ ਅੱਜ ਧੁੰਦ ਆ ਤੇ ਬਿਲਕੁਲ ਵਾਪਸ ਜਿਹੜੀ ਆ ਠੋਠਰ ਹੋਈ ਜਾਂਦੀ ਆ, ਤੇ ਠੰਡ ਜਿਹੜੀ ਆ ਬਰਕਰਾਰ ਆ। ਤੇ ਫਿਰ ਅਸੀਂ ਹਮੇਸ਼ਾ ਹੀ ਉਸ ਗੱਲ ਤੇ ਚਲੇ ਜਾਂਦੇ ਆ ਵੀ ਬਹੁਤ ਸੱਜਦਾ ਜਿਹੜਾ ਹੈਗਾ ਦਿੱਲੀ ਬਿਲਕੁਲ ਬੈਠਿਆਂ ਨੂੰ, ਸਾਡੇ ਆਪਣਿਆਂ ਨੂੰ, ਜਿਹੜੇ ਇੰਨੀ ਧੁੰਦ ਦੇ ਵਿੱਚ, ਮੀਂਹ ਦੇ ਵਿੱਚ, ਠੰਡ ਦੇ ਵਿੱਚ ਟਰੈਕਟਰ ਜਿਹੜੀਆਂ ਪਰੇਡ ਬੜੀ ਸਫਲਤਾਪੂਰਵਕ ਉਹਨਾਂ ਨੇ ਸਿਰੇ ਚਾੜੀ ਆ। ਆਪਣਾ ਜਿਹੜਾ ਅਨੁਸ਼ਾਸਨ ਜਿਹੜਾ ਬਰਕਰਾਰ ਰੱਖਿਆ ਹੈਗਾ, ਉਹ ਸਾਰਾ ਕੁਝ ਜਿਹੜਾ ਬਹੁਤ ਹੀ ਬਿਹਤਰ ਹੋਇਆ। ਤੇ ਆਪਾਂ ਜਿਹੜੀ ਟਰੈਕਟਰ ਪਰੇਡ ਦੀ ਜਿਹੜੀ ਆ ਮਾਰਚ ਪਾਸ ਕੀਤਾ, ਉਹਨਾਂ ਨੇ ਉਹਦੀ ਗੱਲ ਛੇੜ ਹੀ ਲਈ ਆ। ਸੋ ਟ੍ਰੇਲਰ ਜਿਹੜਾ ਕੱਲ ਰਿਲੀਜ਼ ਹੋ ਗਿਆ ਹੈ, ਕਿਵੇਂ ਦਾ ਜਿਹੜਾ ਰੰਗ ਦੇਖਿਆ ਉਹਨਾਂ ਦਾ, ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਉਹ ਦੇਖੋ ਕਿੱਡੀ ਮਤਲਬ ਵੱਡੀ ਇੱਕ ਦਾਸਤਾਨ, ਇੱਕ ਇਤਿਹਾਸ ਰਚਿਆ ਗਿਆ ਹੈ। ਔਰ ਇਹ ਵਾਕਈ ਪੰਜਾਬ ਦੇ ਨਹੀਂ, ਪੂਰੇ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਕਿ ਅਸੀਂ ਹੁਣ ਤੱਕ ਸੋਚਦੇ ਸੀ ਕਿ ਪੰਜਾਬ ਦੇ ਉੱਤੇ ਜਿਸ ਤਰ੍ਹਾਂ ਦੇ ਨੌਜਵਾਨ ਪੀੜ੍ਹੀ ਉੱਤੇ ਵੀ ਇਲਜ਼ਾਮ ਲੱਗਦੇ ਰਹੇ ਆ, ਕਿਸ ਤਰੀਕੇ ਉਹ ਹੁਣ ਜਿਵੇਂ ਵਿਦੇਸ਼ 'ਚ ਜਾ ਰਹੇ ਸੀਗੇ, ਔਰ ਇੱਕ ਜਾਗਰੂਕਤਾ ਹੈ ਨਹੀਂ ਸੀ, ਪੰਜਾਬ ਪ੍ਰਤੀ ਮੋਹ ਨਹੀਂ ਸੀ, ਖੇਤੀ ਪ੍ਰਤੀ ਮੋਹ ਨਹੀਂ ਰਹਿ ਗਿਆ ਸੀਗਾ। ਪਰ ਕੱਲ੍ਹ ਦੀ ਟਰੈਕਟਰ ਰੈਲੀ ਨੇ ਦਿਖਾ ਦਿੱਤਾ ਹੈ ਕਿ ਜਿਹੜਾ ਸਦੀਆਂ ਪਹਿਲੇ ਇਤਿਹਾਸ ਦੇ ਵਿੱਚ ਪੰਜਾਬ ਤੇ ਪੰਜਾਬੀ ਦੀ ਇੱਕ ਗੱਲ ਹੁੰਦੀ ਸੀ, ਉੱਭਰ ਕੇ ਆਉਂਦੀ ਸੀ, ਉਹ ਕੱਲ੍ਹ ਇੰਨੇ ਵੱਡੇ ਪੱਧਰ ਦੇ ਉੱਤੇ ਆ ਕਿ ਜਿਨ੍ਹਾਂ ਨੇ ਕਦੇ ਪੰਜਾਬੀਆਂ ਬਾਰੇ ਬਹੁਤਾ ਨਹੀਂ ਵੀ ਜਾਣਦੇ ਗਏ, ਉਹ ਵੀ ਹੁਣ ਉਸ ਜਗ੍ਹਾ ਦੇ ਉੱਤੇ ਜਦੋਂ ਉਹਨਾਂ ਨੇ ਦੇਖਿਆ ਕਿ ਆਹ ਪੰਜਾਬੀ ਕੌਮ ਪੂਰੀ ਦੁਨੀਆ ਦੇ ਸਾਹਮਣੇ ਉਹ ਟਰੈਕਟਰ ਰੈਲੀ ਦੀ ਵੱਡੇ ਪੱਧਰ ਦੇ ਉੱਤੇ ਚਰਚਾ ਹੋਈ ਆ ਕਿ ਇੱਕ ਵਾਰ ਤਾਂ ਕਹਿ ਸਕਦੇ ਆ ਕਿ ਮੋਦੀ ਸਰਕਾਰ ਅੰਦਰ ਤਾਈਂ ਕੰਬ ਗਈ ਆ ਵੀ ਆਹ ਕੀ ਹੋ ਗਿਆ। ਹਜੇ ਤਾਂ ਇੱਕ ਟ੍ਰੇਲਰ ਹੈ, ਜਿਸ ਦਿਨ ਅਸਲੀਅਤ ਸਾਹਮਣੇ ਆਈ, ਜਿਵੇਂ ਅਸੀਂ 26 ਜਨਵਰੀ ਉਡੀਕ ਰਹੇ ਹਾਂ, ਜਿਸ ਦਿਨ ਉਸ ਵੇਲੇ ਉਹ ਪਰੇਡ ਹੋਊਗੀ ਤਾਂ ਉਹ ਕਿਹੋ ਜਿਹੀ ਹੋਊਗੀ। ਪਰ ਕੱਲ ਦੀ ਟਰੈਕਟਰ ਰੈਲੀ ਇੰਨੀ ਸਫਲ ਰਹੀ ਆ ਕਿ ਪੂਰੇ ਜੋਸ਼ ਤੇ ਉਤਸ਼ਾਹ ਦੇ ਨਾਲ ਪੰਜਾਬੀਆਂ ਨੇ ਉਸ ਰੈਲੀ 'ਚ ਹਿੱਸਾ ਲਿਆ। ਇੰਨੇ ਟਰੈਕਟਰ ਸੀਗਾ ਕਿ ਪੂਰੀਆਂ ਸੜਕਾਂ ਜਿਹੜੀਆਂ 6 ਲੇਨ ਸੀ ਉਹ ਸਾਰੀਆਂ ਦੇ ਸਾਰੀਆਂ ਐ ਭਰੀਆਂ ਪਈਆਂ ਸੀਗੀਆਂ। ਇੱਕ ਖਾਸ ਗੱਲ ਦੇਖੀ ਆ, ਚਾਹੇ ਉਹ ਬਜ਼ੁਰਗ ਸੀ, ਨੌਜਵਾਨ ਤਾਂ ਸੀ ਉਤਸ਼ਾਹਿਤ, ਚਾਹੇ ਉਹ ਬਜ਼ੁਰਗ ਸੀ, ਚਾਹੇ ਸਾਡੀਆਂ ਤਰੀਮਤਾਂ ਕਿਸਾਨ ਔਰਤਾਂ ਇੱਥੋਂ ਗਈਆਂ, ਔਰ ਖਾਸ ਤੌਰ ਤੇ ਜਿਹੜੇ ਬੱਚੇ ਆ ਨਿੱਕੇ ਨਿੱਕੇ, ਉਹ ਵੀ ਨਾਲ ਬੈਠੇ ਆ ਉਤਸ਼ਾਹ ਦੇ ਵਿੱਚ। ਇੱਕ ਪਾਸੇ ਤਿਰੰਗਾ ਲੱਗਿਆ ਹੋਇਆ, ਦੂਜੇ ਪਾਸੇ ਜਿਹੜਾ ਹੈਗਾ ਕਿਸਾਨੀ ਝੰਡੇ ਲੱਗੇ ਹੋਏ ਆ, ਤੇ ਉਹ ਪੂਰੇ ਤਰੀਕੇ ਨਾਲ ਜੋਸ਼ ਨਾਲ ਵਿਰੋਧ ਵੀ ਕਰ ਰਿਹਾ, ਰੋਸ਼ ਵੀ ਜ਼ਾਹਰ ਕਰ ਰਿਹਾ, ਤੇ ਪੰਜਾਬੀ ਦੀ ਜਿਹੜੀ ਇੱਕ ਪਛਾਣ ਹੈ ਉਹ ਵੀ ਉੱਥੇ ਉਹਨਾਂ ਨੇ ਵਿਖਾਈ। ਕਿੰਨੀ ਖੂਬਸੂਰਤ ਗੱਲ ਹੈ ਕਿ ਅਸੀਂ ਨਾ ਹਮੇਸ਼ਾ ਜਦੋਂ ਕੱਲਾ ਡੀਡੀ ਨੈਸ਼ਨਲ ਚੈਨਲ ਹੁੰਦਾ ਸੀ ਹੈ ਨਾ, ਤੇ ਉਦੋਂ ਸਾਰਾ ਦਿਨ ਜਿਹੜਾ ਲਾਲ ਕਿਲੇ ਤੋਂ ਜਿਹੜੀ ਮਾਰਚ ਪਾਸ ਹੁੰਦੇ ਸੀਗੇ, ਪਰੇਡ ਹੁੰਦੀ ਸੀ ਗਣਤੰਤਰ ਦਿਵਸ ਦੇ, ਉਹਦੇ ਜਿਹੜਾ ਇੱਕ ਲਾਈਵ ਟੈਲੀਕਾਸਟ ਕੀਤਾ ਜਾਂਦਾ ਸੀ, ਤੇ ਉਹਦੇ ਵਿੱਚ ਅਸੀਂ ਦੇਖਦੇ ਹੁੰਦੇ ਸੀਗੇ ਕਿ ਜੈ ਜਵਾਨ, ਜਵਾਨਾਂ ਦੀ ਸ਼ਮੂਲੀਅਤ ਹੁੰਦੀ ਸੀ, ਤੇ ਜਿਹਨੂੰ ਜੈ ਕਿਸਾਨ ਕਿਹਾ ਜਾਂਦਾ ਉਹ ਝਾਕੀਆਂ ਦੇ ਰੂਪ ਚ ਹੁੰਦਾ ਸੀਗਾ ਵੀ ਇੱਕ ਟਰੈਕਟਰ ਬਣਾਇਆ ਹੋਇਆ ਜੀ, ਜਾਂ ਫੋਟੋ ਵਾਈ ਹੋਈ ਆ, ਕੋਈ ਜਿਹੜੇ ਕਿਸਾਨ ਕੰਮ ਕਰਦੇ ਉਹ ਕਿਤੇ ਕਿਤੇ ਇੱਕ ਟਰੱਕ ਦੀ ਜਿਹੜੀ ਬੈਕ ਸਾਈਡ ਤੇ ਹੈ ਨਾ, ਉਹ ਇੱਕ ਡੈਕੋਰੇਸ਼ਨ ਪੀਸ ਵਾਂਗੂ ਜਿਹੜਾ ਕੀਤਾ ਹੁੰਦਾ ਸੀਗਾ। ਤੇ ਇਸ ਵਾਰੀ ਲਾਲ ਕਿਲੇ ਵਿੱਚ ਤਾਂ ਖੈਰ ਨਹੀਂ, ਪਰ ਪੂਰੀ ਦਿੱਲੀ ਦੀਆਂ ਸੜਕਾਂ ਦੇ ਉੱਤੇ ਅਸਲੀ ਕਿਸਾਨ, ਹਾਲਾਂਕਿ ਗੋਦੀ ਮੀਡੀਆ ਜਿਹੜੇ ਸਾਡੇ ਇਸ ਬਿਆਨ ਨੂੰ ਗਲਤ ਸਾਬਤ ਕਰੂਗਾ, ਉਹਨਾਂ ਦੀ ਨਜ਼ਰ 'ਚ ਇਹ ਅਸਲੀ ਕਿਸਾਨ ਨਹੀਂ ਗਏ, ਪਰ ਅਸਲੀ ਕਿਸਾਨ ਜਿਹੜੇ ਹੈਗੇ ਆ, ਜਿਹੜੇ ਟਰੈਕਟਰ ਲੈ ਕੇ, ਅਸਲੀ ਕਿਸਾਨ ਔਰਤਾਂ, ਅਸਲੀ ਕਿਸਾਨਾਂ ਦੇ ਬੱਚੇ ਜਿਹੜੇ ਆ ਦਿੱਲੀ ਦੇ, ਮੈਂ ਕਹਿੰਦੀ ਹਰ ਸੜਕ ਦੇ ਉੱਤੇ ਟਰੈਕਟਰ ਹੋਏ ਪਏ, ਤੇ ਇਦਾਂ ਲੱਗਦਾ ਹੈ ਕਿ ਪੂਰੀ ਦੁਨੀਆ ਦੇ ਟਰੈਕਟਰ ਜਿਹੜੇ ਹੈਗੇ ਆ ਉੱਥੇ ਚੱਲ ਰਹੇ ਆ। ਉਹਦੇ ਨਾਲ ਜਿਹੜੀ ਇੱਕ ਖਾਸ ਚੀਜ਼ ਹੋਰ ਦੇਖਣ ਨੂੰ ਮਿਲੀ ਕਿ ਕੱਲੀ ਦਿੱਲੀ ਵਿੱਚ ਹੀ ਨਹੀਂ, ਪੰਜਾਬ ਦੇ ਜਾਂ ਹੋਰਨਾਂ ਜਿਹੜੀਆਂ ਸਟੇਟਾਂ ਵਿੱਚ ਜਿੱਥੇ ਵੀ ਲੋਕ ਇਸ ਨੂੰ ਸਮਰਥਨ ਦੇ ਰਹੇ ਆ, ਤੇ 26 ਤਰੀਕ ਨੂੰ ਦਿੱਲੀ ਪਹੁੰਚ ਕੇ ਸਮਰਥਨ ਦੇਣ ਦਾ ਜਿਹੜਾ ਇੱਕ ਵਾਅਦਾ ਕਰ ਰਹੇ ਆ, ਉਹਦਾ ਉਹਨਾਂ ਨੇ ਕੱਲ ਟ੍ਰੇਲਰ ਪਿੰਡਾਂ ਦੇ ਵਿੱਚ ਵੀ ਦਿਖਾਇਆ। ਪਿੰਡਾਂ ਦੇ ਵਿੱਚ ਟਰੈਕਟਰਾਂ ਦੀ ਜਿਹੜੀ ਆ ਮਾਰਚ ਪਾਸ ਹੋਈ, ਤੇ ਉਹ ਕਈ ਪਿੰਡਾਂ ਦੇ ਵਿੱਚੋਂ ਗੁਜ਼ਰੀ ਹੈਗੀ ਆ, ਤੇ ਉਹਨਾਂ ਦਾ ਸੁਨੇਹਾ ਇਹ ਸੀਗਾ ਕਿ ਉਹ ਅਸੀਂ 26 ਤਰੀਕ ਨੂੰ ਦਿੱਲੀ ਆ ਸਕਦੇ ਆ, ਤੇ ਦਿੱਲੀ ਪਹਿਲੇ ਟਰੈਕਟਰ ਹੋਏ ਪਏ ਆ। ਇਹ ਵੀ ਸੁਣਨ ਦੇ ਵਿੱਚ ਕੱਲ ਆਇਆ ਕਿ ਜਿਸ ਪੁਆਇੰਟ ਤੱਕ ਉਹਨਾਂ ਨੇ ਪਹੁੰਚਣਾ ਸੀ, ਜਿਸ ਪੁਆਇੰਟ ਤੇ ਜਾ ਕੇ ਟਰੈਕਟਰ ਦੇ ਜਿਹੜੀ ਮਾਰਚ ਪਾਸ ਸੀਗੀ ਉਹਦਾ ਐਂਡ ਹੋਣਾ ਸੀ, ਉੱਥੇ ਉਹ ਪਹੁੰਚ ਗਏ ਸੀ, ਪਰ ਜਿੱਥੋਂ ਸ਼ੁਰੂ ਹੋਇਆ ਸੀ ਉੱਥੇ ਟਰੈਕਟਰਾਂ ਦੇ ਜਾਮ ਹਜੇ ਵੀ ਲੱਗੇ ਹੋਏ ਸੀ। ਕਿਵੇਂ ਦੇਖਦੇ ਇਹਨੂੰ? ਦੇਖੋ, ਇੱਕ ਤਾਂ ਇਹ ਹੋ ਗਿਆ ਕਿ ਇੱਕ ਤਾਂ ਕਿਸਾਨਾਂ ਦੀ ਭੀੜ ਟਰੈਕਟਰਾਂ ਨੂੰ ਲੈ ਕੇ ਉੱਥੇ ਖੜੀ ਹੈ, ਚੱਲ ਰਹੀ ਹੈ, ਦਿਖਾ ਰਹੀ ਹੈ। ਦੂਜੇ ਪਾਸੇ ਜਿਹੜੀ ਦਰਸ਼ਕ ਗਿਣਤੀ ਸੀ ਦਿੱਲੀ ਦੇ ਲੋਕਾਂ ਲਈ, ਕੱਲ ਦਾ ਦਿਨ ਹੀ ਇਹੋ ਜਿਹਾ ਸੀਗਾ ਕਿ ਜਿਵੇਂ ਉਹਨਾਂ ਨੂੰ 26 ਜਨਵਰੀ ਦੇ ਜਿਹੜਾ ਪਰੇਡ ਦਾ ਚਾਅ ਆ, ਉਹ ਸ਼ਾਇਦ ਉਹਨਾਂ ਨਹੀਂ ਗਾ ਜਿੰਨਾ ਉਹਨਾਂ ਨੂੰ ਕਿਸਾਨ ਟਰੈਕਟਰ ਰੈਲੀ ਦੇਖਣ ਦਾ ਸੀਗਾ। ਔਰ ਫਿਰ ਜਗ੍ਹਾ ਇਹ ਵੀ ਹੋ ਰਿਹਾ ਸੀ, ਅਸੀਂ ਦੇਖਿਆ ਕਿ ਉਹਨਾਂ ਦੇ ਲਈ ਜਿਹੜੇ ਲੰਗਰ ਦੇ ਪ੍ਰਬੰਧ ਸੀਗੇ ਉਹ ਕੀਤੇ ਗਏ, ਔਰ ਲੋਕਾਂ 'ਚ ਉਤਸ਼ਾਹ ਸੀਗਾ। ਔਰ ਕਈ ਖਬਰਾਂ ਇਹੋ ਜਿਹੀਆਂ ਵੀ ਆ ਰਹੀਆਂ ਵੀ ਲੋਕ
ਆਪਣੇ ਘਰਾਂ ਦੇ ਵਿੱਚ ਕਿਸਾਨਾਂ ਨੂੰ ਬੁਲਾ ਰਹੇ ਆ, ਆਪਣੇ ਜੀ। ਘਰਾਂ ਦੇ ਵਿੱਚ ਉਹਨਾਂ ਦੀ ਸੇਵਾ ਕਰ ਰਹੇ ਆ, ਔਰ ਕਿਸਾਨਾਂ ਦੇ ਬਾਰੇ ਚ ਉਹ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਦੱਸ ਰਿਹਾ ਵੀ ਦੇਖੋ ਪੰਜਾਬੀ ਸਾਡੇ ਘਰੇ ਆਏ ਆ। ਹਾਂ ਔਰ ਕਿੱਡੀ ਵੱਡੀ ਇੱਕ ਖੂਬਸੂਰਤ ਇਹ ਗੱਲ ਹੈ ਕਿ ਪੰਜਾਬ ਜਿਹੜਾ ਸੀਗਾ ਉਹਦੀ ਉਹ ਸਥਿਤੀ ਜਿਹੜੀ ਪਿਆਰ ਵਾਲੀ ਸੀਗੀ, ਉਹ ਜਦੋਂ ਹੁਣ ਉਹਨੂੰ ਦਿੱਲੀ ਦੇ ਲੋਕਾਂ ਨੂੰ ਪਤਾ ਲੱਗੇ ਵੀ ਆਹ ਕਿਸਾਨ ਤਾਂ ਆਪਣੇ ਹੱਕੀ ਮੰਗਾਂ ਲਈ ਇੱਥੇ ਖੜੇ ਆ, ਤੇ ਇਹ ਸਰਕਾਰ ਜਿਹੜੀ ਆ ਜਗੋਦੀ ਮੀਡੀਆ ਹੁਣ ਉਹ ਵੀ ਜਾਗਰੂਕ ਹੋਏ ਆ ਲੋਕ। ਖੈਰ ਕਹਿ ਸਕਦੇ ਆ ਕਿ ਟਰੈਕਟਰ ਰੈਲੀ ਜਿਹੜੀ ਆ ਕੁੱਲ ਮਿਲਾ ਕੇ ਕੱਲ ਦੀ ਬਹੁਤ ਵਧੀਆ ਰਹੀ ਯਾਰ। ਆਉਣ ਵਾਲੇ ਸਮੇਂ ਦੇ ਵਿੱਚ ਕਹਿ ਸਕਦੇ ਆ ਕਿ ਅੰਦੋਲਨ ਦੀ ਫਤਿਹ ਵਾਸਤੇ ਇਹ ਇੱਕ ਬਹੁਤ ਵੱਡੀ ਸੂਚਨਾ ਸੀਗੀ ਸਰਕਾਰ ਦੇ ਲਈ। ਬਸ ਬਿਲਕੁਲ ਜੀ। ਤੇ 8ਵੇਂ ਗੇੜ ਦੀ ਜਿਹੜੀ ਅੱਜ ਮੀਟਿੰਗ ਹੋਣੀ ਹੈਗੀ ਆ, ਤੇ ਕਿਵੇਂ ਦੇਖਦੇ ਆ ਵੀ ਜਿਹੜੀ ਕੱਲ ਦੀ ਰੈਲੀ ਇੱਕ ਤਰੀਕੇ ਨਾਲ ਕਹਿ ਸਕਦੇ ਆ ਕਿ ਕਿਸਾਨਾਂ ਨੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਸੀ, ਉਹਦੇ ਸੰਦਰਭ 'ਚ ਅੱਜ ਦੀ ਜਿਹੜੀ ਮੀਟਿੰਗ ਨੂੰ ਕਿਵੇਂ ਦੇਖਦੇ ਆ ਕਿ ਅੱਜ ਜਿਹੜੀਆਂ ਪਿਛਲੀਆਂ ਸਾਡੇ 7 ਗੇੜ ਦੀਆਂ ਜਿਹੜੀਆਂ ਮੀਟਿੰਗਾਂ ਸੀਗੀਆਂ ਜਾਂ ਗੱਲਬਾਤ ਸੀਗੀ ਉਹ ਬਿਲਕੁਲ ਹੀ ਨਿਸਫਲ ਰਹੀ ਹੈਗੀ ਆ। ਨਿਸਫਲ ਇਸ ਲਈ ਕਹਿ ਰਹੇ ਹਾਂ ਕਿਉਂਕਿ ਉਹਦੇ 'ਚ ਕੋਈ ਨਤੀਜਾ ਨਿਕਲਿਆ। ਸਫਲ ਤਾਂ ਹੀ ਹੈ ਜੇ ਸਾਨੂੰ ਕੋਈ ਨਤੀਜਾ ਮਿਲੇ। ਸਾਡੇ ਕਿਸਾਨ ਆਪਣੇ ਜਿਹੜੇ ਆ ਮੰਤਵ ਦੇ ਉੱਤੇ ਅਡਿੱਗ ਹੈਗੇ, ਆਪਣੇ ਜਿਹੜੇ ਏਮ ਆ ਉਹਨਾਂ ਦਾ ਉਹਦੇ ਉੱਤੇ ਅਡਿੱਗ ਆ, ਤੇ ਸਰਕਾਰ ਜਿਹੜੀ ਆਪਣੇ ਉਹ ਮੀਟਿੰਗ ਵਾਲੀ ਜਿਹੜੀ ਖੇਡ ਆ ਉਹਨਾਂ ਨੂੰ ਬੜੀ ਪਸੰਦ ਆ, ਹਨਾ, ਉਹਦੇ ਤੇ ਉਹ ਅਡਿੱਗ ਆ। ਕਿਵੇਂ ਦੇਖਦੇ ਆ ਵੀ ਕੱਲ ਦੇ ਸ਼ਕਤੀ ਪ੍ਰਦਰਸ਼ਨ ਦਾ ਕੁਝ ਅੱਜ ਅਸਰ ਦਿਖੂਗਾ ਮੀਟਿੰਗ ਦੇ ਵਿੱਚ? ਜਿਹੜੇ ਬੁੱਧੀਜੀਵੀਆਂ ਵੱਲੋਂ ਤੌਖਲਾ ਪ੍ਰਗਟ ਕੀਤਾ ਜਾ ਰਿਹਾ ਉਹ ਤੌਖਲਾ ਉਹਨਾਂ ਦਾ ਇਹ ਹੈ ਕਿ ਸਰਕਾਰ ਇੱਕੋ ਹੀ ਆਪਦੀ ਅਡਿੰਗ ਨੀਤੀ ਉੱਤੇ ਆ, ਅੰਦਰੋਂ ਉੱਥੇ ਕਾਇਮ ਹੈ, ਉਹ ਨਹੀਂ ਕਰਨਗੇ ਕੁਝ ਵੀ। ਅੱਜ ਦੀ ਮੀਟਿੰਗ ਤੇ ਖੈਰ ਸੰਭਾਵਨਾ ਇਹ ਹੈ ਕਿ ਹੋ ਸਕਦਾ ਹੈ, ਸਿਰਫ ਹੋ ਸਕਦੇ ਵਾਲੀ ਗੱਲ ਨੂੰ ਲੈ ਸਕਦੇ ਆ ਵੀ ਹੋ ਸਕਦਾ ਹੈ ਕਿਸੇ ਬੰਨੇ ਲਾਉਣ, ਜਾਂ ਫਿਰ ਪਹਿਲਾਂ ਤਰ੍ਹਾਂ ਹੀ ਜਿਹੜੀ ਪਲੋਸਾ ਪਲਾਸੀ ਚੱਲੀ ਹੈ ਕਿ ਕੋਈ ਨਹੀਂ ਜੀ ਸੋਧਾ ਕਰ ਦਿਆਂਗੇ, ਫਿਰ ਉੱਥੇ ਆ ਕੇ ਗੱਲ ਜਿਹੜੀ ਫਿਰ ਇਹਨਾਂ ਦੀ ਰੁਕ ਜਾਵੇ। ਸੋ ਫਿਰ ਵੀ ਜੇ ਅਸੀਂ ਉੱਥੇ ਬੈਠੇ ਆ, ਕਿਸਾਨ ਉੱਥੇ ਬੈਠਾ ਆ, ਸੰਘਰਸ਼ ਕਰ ਰਿਹਾ ਇੰਨੇ ਵੱਡੇ ਪੱਧਰ ਦੇ ਉੱਤੇ, ਖਾਸ ਤੌਰ ਤੇ ਨੌਜਵਾਨ ਪੀੜ੍ਹੀ ਜਿਹੜੇ ਆਗੂ ਸੀ ਕਿਸਾਨ ਜਥੇਬੰਦੀਆਂ ਦੇ, ਵਾਰ-ਵਾਰ ਉਹਨਾਂ ਦੇ ਨਾਲ ਖੜੋਤੇ ਆ, ਉਹਨਾਂ ਨੂੰ ਹਾਲਾਸ਼ੇਰੀ ਦਿੰਦੇ ਆ, ਔਰ ਇੱਕੋ ਗੱਲ ਦੇ ਉੱਤੇ ਉਹ ਕਾਇਮ ਹੈ ਕਿ ਅਸੀਂ ਹਰ ਹਾਲਤ ਜਿਹੜੀਆਂ ਆਪਣੀਆਂ ਮੰਗਾਂ ਆ ਉਹ ਮਨਵਾ ਕੇ ਵਾਪਸ ਜਾਣੀਆਂ। ਹਰ ਹਾਲਤ ਤੋਂ ਜਿਹੜੇ 3 ਖੇਤੀ ਕਾਨੂੰਨ ਹੈ, ਜਿਹੜੇ ਉਹਨਾਂ ਦੀ ਹੋਂਦ ਲਈ ਖਤਰਾ ਹੈ, ਜਿਹੜੀ ਉਹਨਾਂ ਦੀ ਖੇਤੀ ਲਈ ਖਤਰਾ ਹੈ, ਜਿਹੜੀ ਆਉਣ ਵਾਲੇ ਉਹਨਾਂ ਦੇ ਭਵਿੱਖ ਦੀਆਂ ਪੀੜ੍ਹੀਆਂ ਲਈ ਖਤਰਾ ਹੈ, ਔਰ ਆਮ ਲੋਕਾਂ ਲਈ ਖਤਰਾ ਹੈਗਾ, ਉਹ ਰੱਦ ਕਰਾ ਕੇ ਜਾਣੇ ਆ। ਸੋ ਉਮੀਦ ਜਿਹੜੀ ਆ ਉਹ ਇਹ ਕੀਤੀ ਜਾ ਰਹੀ ਹੈ ਕਿ ਅੱਜ ਦੀ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਕੁਛ ਨਾ ਕੁਛ ਹੱਲ ਨਿਕਲੂਗਾ। ਪਰ ਜੇ ਕਿਤੇ ਲੱਗਦਾ ਹੈ ਕਿ ਜੇ ਪਹਿਲਾਂ ਵਾਲੀ ਨੀਤੀ ਹੀ ਰਹੀ ਤਾਂ ਫਿਰ ਇਹ ਜਿਹੜਾ ਅੰਦੋਲਨ ਹੈਗਾ ਹੋਰ ਵੀ ਅਗਾਹਾਂ ਚੱਲਣ ਦੀ ਉਮੀਦ ਹੈ, ਔਰ ਸੰਘਰਸ਼ ਤਿੱਖਾ ਤਾਂ ਜ਼ਰੂਰ ਜ਼ਾਹਿਰ ਹੈ ਕਿ ਜਦੋਂ ਤੁਸੀਂ ਮੰਨ ਹੀ ਨਹੀਂ ਰਹੇ ਤਾਂ ਫਿਰ ਉਹ ਜਿਹੜਾ ਰੋਹ ਆ ਹੌਲੀ ਹੌਲੀ ਹੋਰ ਵੱਧਦਾ ਜਾਂਦਾ ਹੈ। ਕਿਉਂਕਿ ਕਿਸਾਨ ਆਗੂਆਂ ਦੇ ਉੱਤੇ ਵੀ ਲਗਾਤਾਰ ਇੱਕ ਪ੍ਰੈਸ਼ਰ ਬਣ ਰਿਹਾ, ਉਹਨਾਂ ਨੂੰ ਜਿੰਨੇ ਪੰਜਾਬ ਵਾਸੀ ਜਿੰਨੇ ਜਾਂ ਹੁਣ ਭਾਰਤ ਵਰਸ਼ ਦੇ ਲੋਕ ਉਹਨਾਂ ਨਾਲ ਜੁੜ ਗਏ ਹੋਏ ਉਹਨਾਂ ਦੇ ਉੱਤੇ ਵੀ ਪ੍ਰੈਸ਼ਰ ਬਣ ਰਿਹਾ ਨਾ, ਕਿਉਂਕਿ ਰੋਜ਼ 1-2 ਜਿਹੜੀਆਂ ਸਾਨੂੰ ਲਾਸ਼ਾਂ ਜਿਹੜੀਆਂ ਸਾਡੇ ਪੰਜਾਬ ਦੀ ਵਿਹੜੇ 'ਚ ਆ ਰਹੀਆਂ ਹੈਗੀਆਂ, ਉਹ ਕਿਤੇ ਨਾ ਕਿਤੇ ਪ੍ਰੈਸ਼ਰ ਕ੍ਰੀਏਟ ਕਰ ਰਹੀਆਂ। ਬਿਲਕੁਲ, ਉਹ ਇੱਕ ਦਰਦਨਾਕ ਸਥਿਤੀ ਜੀ। ਤੇ ਅੱਜ ਦੀ ਜਿਹੜੀ ਮੀਟਿੰਗ ਦਾ ਨਤੀਜਾ ਨਿਕਲਣ ਤੱਕ ਜਿਹੜਾ ਸਸਪੈਂਸ ਜਿਹੜਾ ਬਰਕਰਾਰ ਰਹੂਗਾ। ਇੱਕ ਹੋਰ ਨਵਾਂ ਸਸਪੈਂਸ ਕਮਲਜੀਤ ਜੀ ਕੱਲ ਆ ਗਿਆ ਹੋਇਆ, ਇੱਕ ਜਗਰਾਉਂ ਕਲੇਰਾਂ ਦਾ ਜਿਹੜਾ ਗੁਰਦੁਆਰਾ ਨਾਨਕਸਰ ਦੇ ਮੁਖੀ ਹੈਗੇ ਆ ਬਾਬਾ ਲੱਖਾ ਸਿੰਘ ਜੀ, ਉਹ ਪਤਾ ਨਹੀਂ ਬਹੁਤ ਪਹਿਲਾਂ ਬਹੁਤੇ ਲੋਕ ਸ਼ਾਇਦ ਜਾਣਦੇ ਵੀ ਨਹੀਂ ਹੋਣਗੇ ਵੀ ਇਹ ਕੌਣ ਹੈਗੇ ਆ। ਤੇ ਕੱਲ ਅਚਾਨਕ ਇਹ ਚੀਜ਼ ਹੁੰਦੀ ਹੈ ਵੀ ਉਹਨਾਂ ਦੀ ਜਿਹੜੀ ਹੈ ਕੇਂਦਰੀ ਮੰਤਰੀ ਦੇ ਨਾਲ ਨਰਿੰਦਰ ਤੋਮਰ ਜੀ ਦੇ ਨਾਲ ਗੱਲਬਾਤ ਹੁੰਦੀ ਹੈ, ਉਹਨਾਂ ਦੀ ਮੀਟਿੰਗ ਹੁੰਦੀ ਆ, ਤੇ ਉਹ ਕਹਿ ਰਹੇ ਆ ਕਿ ਵੀ ਮੈਂ ਜਿਹੜੇ ਲੋਕ ਪੰਜਾਬ ਦੇ ਉੱਥੇ ਬੈਠੇ ਹੈਗੇ ਆ, ਲਗਾਤਾਰ ਡੇਲੀ ਸ਼ਹੀਦ ਹੋ ਰਹੇ ਆ, ਬੱਚੇ ਉੱਥੇ ਬੈਠੇ ਹੋਏ ਆ, ਔਰਤਾਂ ਜਿਹੜੀਆਂ ਉੱਥੇ ਬੈਠੀਆਂ ਹੋਈਆਂ, ਮੈਂ ਇਹ ਸਭ ਕੁਝ ਦੇਖ ਨਹੀਂ ਸਕਦਾ। ਸੋ ਮੈਂ ਕੇਂਦਰ ਔਰ ਕਿਸਾਨਾਂ ਦੇ ਵਿਚਕਾਰ ਕੜੀ ਬਣੂਗਾ ਤੇ ਕੜੀ ਬਣ ਕੇ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੂੰਗਾ। ਜਦ ਕਿ ਸਾਡੇ ਕਿਸਾਨ ਆਗੂ ਬਹੁਤ ਪਹਿਲਾਂ ਤੋਂ ਕੋਸ਼ਿਸ਼ ਕਰ ਰਹੇ, ਉਹਨਾਂ ਦੀ ਕੋਸ਼ਿਸ਼ ਦੇ ਉੱਤੇ ਕੋਈ ਵੀ ਸ਼ੱਕ ਨਹੀਂ ਕੀਤਾ ਜਾ ਸਕਦਾ। ਸੋ ਇਹ ਅਚਾਨਕ ਜਿਹੜਾ ਇੱਕ ਸਸਪੈਂਸ ਕ੍ਰੀਏਟ ਹੋਇਆ, ਇਹਦੇ ਬਾਰੇ ਕੀ ਸੋਚ ਸਕਦੇ ਹਾਂ? ਅਸੀਂ ਕਹਿ ਸਕਦੇ ਹਾਂ ਕਿ ਸਰਕਾਰ ਵੱਲੋਂ ਕੋਈ ਨਾ ਕੋਈ ਇੱਕ ਮੋਹਰਾ ਜੋ ਸ਼ਤਰੰਜ ਖੇਡ ਰਿਹਾ, ਕੋਈ ਨਾ ਕੋਈ ਇੱਕ ਮੋਹਰਾ ਜਿਹੜਾ ਹੈ ਇਸ ਸ਼ਤਰੰਜ ਦੇ ਵਿੱਚ ਅੱਗੇ ਲਿਆਂਦਾ ਜਾ ਰਿਹਾ। ਕਿਉਂ ਲਿਆਂਦਾ ਜਾ ਰਿਹਾ? ਉਹਨਾਂ ਦੀ ਕੋਸ਼ਿਸ਼ ਹੈ ਵੀ ਕਿਸੇ ਤਰੀਕੇ ਨਾਲ ਇਸ ਅੰਦੋਲਨ ਨੂੰ ਖਤਮ ਕੀਤਾ ਜਾ ਸਕੇ, ਇਹਨੂੰ ਤਾਰ-ਪੀੜੋ ਕੀਤਾ ਜਾ ਸਕੇ। ਇਹ ਜਿਹੜੀਆਂ ਮੰਗਾਂ ਆ ਇਹਨਾਂ ਨੂੰ ਅਸੀਂ ਨਾ ਮੰਨੀਏ, ਇਸ ਗੱਲ ਲਈ ਉਹ ਕੋਈ ਨਾ ਕੋਈ ਕੋਸ਼ਿਸ਼ ਨਿਰੰਤਰ ਅਸੀਂ ਦੇਖਦੇ ਆ ਉਹ ਕਰਦੇ ਆ ਰਹੇ। ਜਾਂ ਕਿਸੇ ਮੀਟਿੰਗ ਦੇ ਵਿੱਚ ਆਪਾਂ ਉਹੀ ਗੱਲ ਤੇ ਆਉਂਦੇ ਆ ਕਿ ਕਿਸੇ ਮੀਟਿੰਗ 'ਚ ਹੁਣ ਤੱਕ ਕੋਈ ਹੱਲ ਨਹੀਂ ਨਿਕਲਿਆ। ਹੁਣ ਜਿਹੜੀ ਬਾਬਾ ਲੱਖਾ ਸਿੰਘ ਨਾਨਕਸਰ ਵਾਲਿਆਂ ਦੀ ਗੱਲ ਆਉਂਦੀ ਹੈ, ਹਾਲੇ ਤੱਕ ਪੰਜਾਬ ਦੇ ਵਿੱਚ ਵੀ ਬਹੁਤੇ ਲੋਕ ਨਹੀਂ ਜਾਣਦੇਗੇ। ਦੂਸਰੀ ਗੱਲ ਇਹ ਹੈ ਕਿ ਇੱਕ ਧਾਰਮਿਕ ਆਗੂ ਜਿਹਦਾ ਕਿਸਾਨੀ ਨਾਲ ਕੋਈ ਸਰੋਕਾਰ ਨਹੀਂ, ਠੀਕ ਹੈ, ਪੰਜਾਬ ਦੇ ਉਹ ਧਰਤੀ ਨਾਲ ਜੁੜੇ ਹੋਏ ਆ, ਇੱਥੋਂ ਦੇ ਜੰਮਪਲ ਹੈ,
ਪੰਜਾਬੀ ਦਾ ਜਿਹੜਾ ਗੁਰੂ ਘਰ ਦੇ ਨਾਲ ਜੁੜੇ ਹੋਏ ਆ, ਪਰ ਦੂਸਰੇ ਪਾਸੇ ਦਾ ਜਿਹੜਾ ਪੱਖ ਦੇਖਿਆ ਜਾਵੇ ਹਜੇ ਤੱਕ ਉਹਨਾਂ ਦੀ ਦੇਣੀ ਕੀ ਆ ਕਿਸਾਨੀ ਨੂੰ, ਹਾਲੇ ਤੱਕ ਉਹਨਾਂ ਦਾ ਕੋਈ ਪੱਖ ਅਜਿਹਾ ਪਹਿਲਾਂ ਕਦੇ ਨਹੀਂ ਸੀ ਆਇਆ ਕਿਸਾਨੀ ਦੇ ਹੱਕ ਵਿੱਚ। ਹੁਣ ਜੇ ਚਲੋ ਅਸੀਂ ਇਹ ਵੀ ਸੋਚ ਲਈਏ ਕਿ ਕਿਸਾਨੀ ਦੇ ਪੱਖ ਵਿੱਚ ਉਹ ਉੱਠ ਕੇ ਸਾਹਮਣੇ ਆਏ ਆ ਤੇ ਯਕੀਨ ਕੌਣ ਕਰੂਗਾ, ਕਿਉਂਕਿ ਸਰਕਾਰ ਕੋਲ ਪਹਿਲਾਂ ਤਾਂ ਭਰੋਸੇ 'ਚ ਪੰਜਾਬੀਆਂ ਨੂੰ ਕਿਸੇ ਨੂੰ ਲਿਆ ਨਹੀਂ, ਕਿਸੇ ਜਥੇਬੰਦੀ ਦੇ ਆਗੂ ਨਾਲ ਉਹ ਮਿਲੇ ਨਹੀਂ, ਕਿਸੇ ਵੀ ਜਥੇਬੰਦੀ ਦੇ ਕਿਸੇ ਇੱਕ ਵੀ ਕਾਰਕੁਨ ਨਾਲ ਉਹ ਮਿਲੇ ਨਹੀਂ, ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ, ਕਿਤੇ ਵੀ ਪਿਛੋਕੜ ਦੇ ਵਿੱਚ ਵੀ ਉਹਨਾਂ ਦਾ ਕੋਈ ਜ਼ਿਕਰ ਨਹੀਂ ਕਦੇ ਆਉਂਦਾ। ਕਿਵੇਂ ਕਹਿ ਸਕਦੇ ਹੈਗੇ ਕਿ ਅੱਜ ਉਹ ਇੱਕ ਆਗੂ ਬਣ ਕੇ ਕਿਸਾਨਾਂ ਦੇ ਵੀ ਨੂੰ ਵੀ ਸਲਾਹ ਦੇ ਰਹੇ ਹੈਗੇ ਵੀ ਅੰਦੋਲਨ ਖਤਮ ਕਰ ਦੇਣਾ ਚਾਹੀਦਾ? ਕੱਲ ਦੀ ਸੋਸ਼ਲ ਮੀਡੀਆ ਤੇ ਬਹੁਤ ਚਰਚਾ ਵੀ ਹੋ ਰਹੀ ਉਹਨਾਂ ਦੀ ਜਿਹੜੀ ਵੀਡੀਓ ਇੱਕ ਮੈਂ ਦੇਖੀ ਉਹਦੇ ਵਿੱਚ ਉਹ ਕਹਿ ਰਹੇ ਆ ਵੀ ਥੋੜਾ ਜਿਹਾ ਕਿਸਾਨਾਂ ਨੂੰ, ਹਾਂ ਕਿਸਾਨਾਂ ਨੂੰ, ਉਹੀ ਮੈਂ ਗੱਲ ਕਰ ਰਿਹਾ, ਥੋੜਾ ਜਿਹਾ ਕੇਂਦਰ ਸਰਕਾਰ ਨੂੰ ਕਵਾਂਗੇ। ਇਸ ਕਰਕੇ ਮਤਲਬ ਜਿਹੜੀ ਇੱਕ ਉਹ ਦਲਾਲੀ ਜਿਹੀ ਵਾਲੀ ਭੂਮਿਕਾ ਹੈ ਉਹ ਸ਼ੱਕੀ ਹੈ। ਕਿਸਾਨ ਜਿਹੜੇ ਆ ਜਾਂ ਜਥੇਬੰਦੀਆਂ ਆ ਜਾਂ ਆਮ ਪੰਜਾਬ ਦੇ ਲੋਕ ਉਹਨਾਂ ਤੇ ਯਕੀਨ ਨਹੀਂ ਕਰਨਗੇ। ਇਸ ਕਰਕੇ ਕਹਿ ਸਕਦੇ ਆ ਕਿ ਇਹ ਇੱਕ ਸਰਕਾਰ ਵੱਲੋਂ ਹੀ ਬਾਬਾ ਜੀ ਵਰਗੇ ਇਹੋ ਜਿਹੇ ਲੋਕਾਂ ਨੂੰ ਜਦੋਂ ਅੱਗੇ ਲਿਆਂਦਾ ਜਾਂਦਾ ਹੈ ਤੇ ਉਹ ਇੱਕ ਹਾਸੋਹੀਣੀ ਫਿਰ ਸਥਿਤੀ ਬਣਦੀ ਹੈ ਕਿ ਪੰਜਾਬ ਜਿਹੜਾ ਹੈਗਾ ਉਹ ਇਸ ਗੱਲੋਂ ਜਾਗਰੂਕ ਹੋ ਚੁੱਕਿਆ ਔਰ ਇਹੋ ਜਿਹੇ ਲੋਕਾਂ ਦੇ ਉੱਤੇ ਉਹ ਯਕੀਨ ਨਹੀਂ ਕਰਨਗੇ। ਪਰ ਇਹਦੇ ਵਿੱਚ ਦੂਜੀ ਚੀਜ਼ ਇਹ ਵੀ ਆਉਂਦੀ ਆ ਨਾ ਕਿ ਜਿਹੜੀ ਸਰਕਾਰ ਨੂੰ ਇਸ ਚੀਜ਼ ਤੋਂ ਦਿੱਕਤ ਆ ਕਿ ਜਿਹੜੇ ਕਿਸਾਨ ਆਗੂ, ਸਾਡੇ ਕਿਸਾਨ ਆਗੂ ਦਾ ਮਤਲਬ ਸਾਡੇ ਉਹ ਲੀਡਰਸ ਆ, ਸਾਡੇ ਉਹ ਆਗੂ ਚੁਣੇ ਹੋਏ, ਉਹ ਕਹਿੰਦੇ ਵੀ ਇਹ ਜਿਹੜਾ ਅੰਦੋਲਨ ਲੀਡਰਹੀਨ ਆ, ਇਹਨਾਂ ਦਾ ਕੋਈ ਆਗੂ ਨਹੀਂ, ਕੋਈ ਲੀਡਰ ਨਹੀਂ ਹੈਗਾ। ਤੇ ਅਸਲ ਦੇ ਵਿੱਚ ਉਹਨਾਂ ਨੂੰ ਜਿਹੜੇ 31 32 ਜਿਹੜੇ ਲੀਡਰਾਂ ਤੋਂ ਬੜੀ ਜ਼ਿਆਦਾ ਦਿੱਕਤ ਆ, ਕਿਉਂਕਿ ਉਹਦੇ ਵਿੱਚ ਇੱਕ ਦੋ ਨੂੰ ਤਾਂ ਹੁਣ ਸੈੱਟ ਵੀ ਕੀਤਾ ਜਾ ਸਕਦਾ, ਉਹਨੂੰ ਸੈੱਟ ਕਰਨ ਲਈ ਸਥਿਤੀ 31 32 ਦੇ ਵਿੱਚ ਬਣ ਨਹੀਂ ਰਹੀ। ਤੇ ਜਿਹੜੀ ਸਰਕਾਰ ਨੂੰ ਪਹਿਲਾਂ ਬਹੁਤ ਸਾਰੇ ਲੀਡਰਾਂ ਦੇ ਵਿੱਚੋਂ ਦਿੱਕਤ ਆ ਵੀ ਇਹਨਾਂ ਦਾ ਕੋਈ ਲੀਡਰ ਨਹੀਂ ਹੈਗਾ, ਕਿ ਉਹ 34ਵਾਂ ਜਾਂ 35ਵਾਂ ਲੀਡਰ ਹੋਰ ਐਡ ਕਰਨ ਚ ਉਹਨੂੰ ਕੋਈ ਦਿੱਕਤ ਨਹੀਂ ਆ ਰਹੀ? ਉਹ ਤਾਂ ਲੀਡਰ ਸਾਡੇ ਵਧਾ ਰਹੇ ਆ। ਹੁਣ ਜੇ ਲੱਖਾ ਸਿੰਘ ਜੀ ਵਰਗੇ ਲੋਕ ਅੱਗੇ ਆ ਰਹੇ ਆ, ਉਹ ਤਾਂ ਲੀਡਰ ਵਧਾ ਰਹੇ ਆ। ਇਹ ਵੀ ਕਿਤੇ ਨਾ ਕਿਤੇ ਜਿਹੜੀ ਜੇ ਸਰਕਾਰ ਇਹਨਾਂ ਦੀ ਗੱਲ ਸੁਣਦੀ ਆ ਤੇ ਉਹ ਜਿਹੜਾ ਇੱਕ ਹੋਰ ਸ਼ੱਕ ਜੇ ਕ੍ਰੀਏਟ ਨਹੀਂ ਹੋ ਜਾਊਗਾ ਵੱਡਾ? ਬਿਲਕੁਲ ਸ਼ੱਕ ਤਾਂ ਦੇਖੋ ਹੋਊਗਾ ਹੀ ਹੋਊਗਾ, ਪਰ ਇੱਥੇ ਇੱਕ ਗੱਲ ਇਹ ਹੁੰਦੀ ਹੈ ਵੀ ਸਰਕਾਰ ਜੋ ਮਰਜ਼ੀ ਇਸ ਤਰ੍ਹਾਂ ਦੀ ਹਰਕਤ ਕਰ ਲਵੇ, ਕਿਸਾਨ ਜਿਵੇਂ ਉਹਨਾਂ ਨੇ ਇੱਕ ਗੱਲ ਇਹ ਕੀਤੀ ਸੀ ਵੀ ਨਹੀਂ ਜੀ ਇਹਨਾਂ ਦਾ ਕੋਈ ਲੀਡਰ ਨਹੀਂ ਹੈਗਾ ਔਰ ਕੋਈ ਵੀ ਮੁਹਿੰਮ ਜਿਹੜੀ ਆ ਅਗਰ ਚੱਲਦੀ ਹੈ ਤਾਂ ਉਹਦਾ ਇੱਕ ਲੀਡਰ ਹੁੰਦਾ ਹੈ ਔਰ ਉਹੀ ਉਸ ਨੂੰ ਬੰਨੇ ਲਾਉਂਦਾ ਹੈਗਾ। ਇੱਥੇ ਤਾਂ ਹੁਣ ਸਾਰੇ ਦੇ ਸਾਰੇ ਜਾਗਰੂਕ ਹੋ ਚੁੱਕੇ ਆ ਕਿਸਾਨ ਜਥੇਬੰਦੀਆਂ ਦੇ, ਚਾਹੇ 32 ਦੀ ਗੱਲ ਕਰੀਏ ਚਾਹੇ 40 ਦੀ, ਉਹ ਗੱਲ ਕਰੀ ਜਾਂਦੇ ਵਾਰੋ ਵਾਰੀ। ਅਸੀਂ ਕਹਿੰਦੇ 32 ਕਿਸਾਨ ਜਥੇਬੰਦੀਆਂ ਦੇ ਜਿਹੜੇ ਲੀਡਰ ਹੈ ਉਹ ਉੱਥੇ ਰਲ ਕੇ ਆਪਣੇ ਆਪ 'ਚ ਇੱਕ ਵੱਡੀ ਸੰਗਠਿਤ ਜਥੇਬੰਦੀ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਏ ਆ ਔਰ ਖਾਸ ਤੌਰ ਤੇ ਜਿਹੜੇ ਨੌਜਵਾਨ ਉੱਥੇ ਆ, ਕਿਉਂਕਿ ਹੁਣ ਉੱਥੇ ਕੋਈ ਆਗੂ ਨਹੀਂ, ਉਹ ਸਾਰੇ ਆਗੂ ਔਰ ਸਾਰੇ ਹੀ ਪੰਜਾਬ ਦੇ ਪ੍ਰਤੀ ਜਾਗਰੂਕ ਆ ਕਿ ਪੰਜਾਬ ਦੇ ਨਾਲ ਧੱਕਾ ਹੁੰਦਾ ਪਿਆ ਆ। ਔਰ ਇੱਕ ਖਾਸ ਗੱਲ ਅਸੀਂ ਇਹ ਦੇਖੀ ਹੈ ਕਿ ਵਾਰ-ਵਾਰ ਇਹ ਗੱਲ ਕਹਿਣੀ ਪੈਂਦੀ ਆ ਕਿ 7 ਦਹਾਕਿਆਂ ਦਾ ਇੱਕ ਲੰਮਾ ਸਫ਼ਰ ਹੈ ਜਿਹਦੇ ਵਿੱਚ ਪੰਜਾਬ ਦੇ ਨਾਲ ਧੱਕਾ ਹੋਇਆ ਔਰ ਉਹ ਗੱਲ ਵੀ ਨਾਲ ਉੱਥੇ ਰਲੀ ਹੋਈ ਹੈ। ਇਸ ਕਰਕੇ ਜਲਦੀ ਪੰਜਾਬੀ ਨਾ ਪਹਿਲਾਂ ਈਨ ਮੰਨੀ ਆ ਨਾ ਹੁਣ ਉਹ ਈਨ ਮੰਨਣਗੇ। ਜੀ ਇਹ ਜਿਹੜੀ ਕੰਟਰੈਕਟ ਫਾਰਮਿੰਗ ਦੀ ਗੱਲ ਹੁੰਦੀ ਆ ਤੇ ਇਹ ਮੇਰੇ ਬੈਠੇ ਬੈਠੇ ਜ਼ਿਹਨ ਚ ਆਈ ਇਹ ਗੱਲ ਕਿ ਕੱਲ ਕੁਝ ਚੀਜ਼ਾਂ ਦੇਖ ਰਹੇ ਸੀਗੇ ਕਿ ਜਿਹੜੀ ਅਮਰੀਕਾ ਦੇ ਵਿੱਚ ਜਾਂ ਜਿਹੜੀਆਂ ਵੱਡੀਆਂ ਕੰਟਰੀਜ਼ ਹੈਗੀਆਂ ਜਿਨ੍ਹਾਂ ਨੂੰ ਵਿਕਸਿਤ ਦੇਸ਼ ਕਿਹਾ ਜਾ ਸਕਦਾ, ਉਹਦੇ ਵਿੱਚ ਕੁਝ ਜਿਹੜੀਆਂ ਵਧੀਆ ਚੈਨਲ ਹੈਗੇ ਆ ਜਾਂ ਨਿਊਜ਼ ਏਜੰਸੀਆਂ ਹੈਗੀਆਂ, ਉਹਨਾਂ ਨੇ ਕੁਝ ਸਰਵੇ ਕੀਤੇ ਕਿ ਜਿਹੜੀ ਕੰਟਰੈਕਟ ਫਾਰਮਿੰਗ ਦੇ ਤਹਿਤ ਵੱਡੇ ਵਿਕਸਿਤ ਦੇਸ਼ਾਂ ਦੇ ਕਿਸਾਨ ਖੁਸ਼ ਆ ਤੇ ਉਹਨਾਂ ਦੀ ਜਿਹੜੀ ਨਾਖੁਸ਼ੀ ਦੇ ਕੁਝ ਜਿਹੜੇ ਬਿਆਨ ਸਾਹਮਣੇ ਆਏ ਆ ਕਿ ਅਸੀਂ ਖੁਸ਼ ਨਹੀਂ ਹੈਗੇ। ਜੋ ਕੰਟਰੈਕਟ ਫਾਰਮਿੰਗ ਦੇ ਤਹਿਤ ਜਿਹੜੀ ਸਾਡੇ ਕਿਸਾਨ ਕਿਤੇ ਨਾ ਕਿਤੇ ਹੁਣ ਟ੍ਰਿਕ ਸਮਝ ਚੁੱਕੇ ਆ ਕਿ ਵੀ ਇਹ ਹੋ ਸਕਦਾ ਕਿ ਗੇਮ ਪਲਟ ਜਾਵੇ, 1-2 ਸਾਲ ਤੁਹਾਨੂੰ ਵਧੀਆ ਚੀਜ਼ਾਂ ਦਿਖਾਈਆਂ ਨਾ, ਉਹ ਕਹਿੰਦੇ ਸਾਨੂੰ ਫਾਇਦੇ ਦੱਸੇ ਗਏ ਤੇ ਬਹੁਤ ਸਾਰੀਆਂ ਚੀਜ਼ਾਂ ਲੁਕੋਈਆਂ ਗਈਆਂ ਸੀ ਤੇ ਹਾਲ ਦੀ ਘੜੀ ਉਹਨਾਂ ਕਿਸਾਨਾਂ ਦੀ ਜਿਹੜੀ ਸਥਿਤੀ ਆ ਬਹੁਤ ਜ਼ਿਆਦਾ ਚੰਗੀ ਨਹੀਂ ਹੈਗੀ, ਉਹ ਕਰਜ਼ਿਆਂ ਦੇ ਵਿੱਚ ਡੁੱਬੇ ਹੋਏ ਆ ਤੇ ਮਜਬੂਰ ਇੰਨੇ ਆ ਕਿ ਉਹ ਆਪਦੇ ਕੰਟਰੈਕਟ ਤੋੜ ਵੀ ਨਹੀਂ ਸਕਦੇ। ਜਿਹੜੀਆਂ ਕੰਪਨੀਆਂ ਨਾਲ ਕਰ ਚੁੱਕੇ ਉਹ ਤੋੜ ਨਹੀਂ ਸਕਦੇ ਤੇ ਨਵੇਂ ਜਗ੍ਹਾ ਕਰ ਨਹੀਂ ਸਕਦੇ, ਉਹ ਕਹਿੰਦੇ ਕਿਉਂਕਿ ਉਹਦੇ ਵਿੱਚ ਸਾਡੀ ਜਿਹੜੀ ਇੱਕ ਸਿਚੁਏਸ਼ਨ ਉਹ ਸ਼ੱਕੀ ਜਿਹੜੀ ਬਣ ਜਾਂਦੀ ਆ। ਤੇ ਜਿਹੜੇ ਸਾਡੇ ਕਿਸਾਨ ਬੜੇ ਸਮਾਰਟ ਆ ਪੰਜਾਬ ਦੇ ਜਾਂ ਕਹਿ ਲਓ ਭਾਰਤ ਦੇ, ਉਹ ਸਮਝ ਗਏ ਹੋਏ ਆ ਤੇ ਇਹ ਜਿਹੜੀ ਵਿਕਸਿਤ ਦੇਸ਼ਾਂ ਦੇ ਕਿਸਾਨਾਂ ਦਾ ਜੇ ਆਹ ਹਾਲਤ ਕਿਤੇ ਨਾ ਕਿਤੇ ਲੱਗਦਾ ਕਿ ਜਿਹੜਾ ਸਾਡੇ ਭਾਰਤ ਦਾ ਇਹ ਕਿਸਾਨਾਂ ਦਾ ਅੰਦੋਲਨ ਉਹ ਪੂਰੇ ਜਿਹੜੇ ਸੰਸਾਰ ਨੂੰ ਲੀਡ ਕਰ ਸਕਦਾ। ਦੇਖੋ ਇੱਥੇ ਮੈਂ ਕਹੂੰਗਾ ਕਿ ਜਿਹੜੀ ਕੰਟਰੈਕਟ ਫਾਰਮਿੰਗ ਹੈ ਵਿਸ਼ਵ ਪੱਧਰ ਦੇ ਉੱਤੇ WTO ਦੇ ਵੀ ਕੁਝ ਮਾਪਦੰਡ ਸੀਗੇ, ਉਹਨਾਂ ਨੇ ਵੀ ਜਦੋਂ ਇਸ ਮਾਮਲੇ ਦੇ ਉੱਤੇ ਗੱਲ ਕੀਤੀ ਆ, ਖੈਰ ਉਹਨਾਂ ਦੇ ਮਾਪਦੰਡਾਂ ਮੁਤਾਬਕ ਕਈ ਦੇਸ਼ਾਂ 'ਚ ਇਹ ਹੋਇਆ। ਹੁਣ ਪਿਛੋਕੜ ਦੀ ਗੱਲ ਜੇ ਇਹ ਦੱਸਾਂ, ਕੰਟਰੈਕਟ ਫਾਰਮਿੰਗ ਜਦੋਂ ਵੀ ਵਿਦੇਸ਼ਾਂ ਦੇ ਵਿੱਚ ਸ਼ੁਰੂ ਹੋਈ ਆ, ਕਈ ਜਗ੍ਹਾ ਦੇ ਉੱਤੇ ਉਹ ਮਾਡਲ ਇੱਕ ਵਿਕਸਿਤ ਹੋ ਕੇ ਉੱਭਰਿਆ, ਕਿਸਾਨੀ ਨੂੰ ਉਹਨੂੰ ਪਸੰਦ ਕੀਤਾ, ਉਹ ਕੰਟਰੈਕਟ ਫਾਰਮਿੰਗ 'ਚ ਜੁੜ ਗਏ। ਫਿਰ ਉੱਥੇ ਇਹ ਹੋਇਆ ਬਹੁ ਫਸਲੀ ਦੀ ਜਗ੍ਹਾ, ਫਿਰ ਉੱਥੇ ਇਹ ਆ ਗਿਆ ਕਿ ਸਿਰਫ ਇੱਕ ਅੱਧੀ ਫਸਲ ਜਿਹੜੀ ਸੀ ਉਸੇ ਦੇ ਉੱਤੇ ਹੀ ਕਾਇਮ ਹੋ ਗਏ ਔਰ ਉਸੇ ਦੇ ਭੰਡਾਰ ਭਰਤਾ। ਉਹਦੇ ਨਾਲ ਦੋ ਚੀਜ਼ਾਂ ਦੇ ਉੱਤੇ ਫਰਕ ਪਿਆ। ਇੱਕ ਤੇ ਇਹ ਹੋ ਗਿਆ ਕਿ ਕਿਸਾਨ ਜਿੱਥੇ ਵੰਨ ਸੁਵੰਨਤਾ ਵਾਲੇ ਪਾਸੇ ਸੀ ਬੀਜ ਰਹੇ,
ਉੱਥੇ ਉਹ ਕੈਰੀ ਫਸਲ ਦੇ ਉੱਤੇ ਆ ਗਏ। ਕੈਰੀ ਨਾਲ ਇਹ ਹੋਇਆ ਕਿ ਸ਼ੁਰੂਆਤ 'ਚ ਤਾਂ ਉਹ ਚੰਗਾ ਹੋਇਆ ਤੇ ਬਾਅਦ ਵਿੱਚ ਉਹ ਕੰਮ ਜਿਹੜਾ ਹੈਗਾ ਬਿਲਕੁਲ ਪਲਟ ਗਿਆ। ਫਿਰ ਉੱਥੇ ਉਹ ਫੇਲ ਹੋ ਗਏ ਕਿਉਂਕਿ ਉਹ ਫਸ ਚੁੱਕੇ ਆ, ਕੰਟਰੈਕਟ ਦੇ ਉੱਤੇ ਸਾਈਨ ਕਰ ਚੁੱਕੇ ਸੀ। ਉੱਥੇ ਇੱਕ ਗੜਬੜ ਇਹੀ ਹੋਈ ਹੈ ਕਿ ਹੁਣ ਉਹੀ ਕਿਸਾਨ ਰੋਂਦੇ ਪਏ ਆ। ਜਦੋਂ ਇੰਡੀਆ ਵਿੱਚ ਕੰਟਰੈਕਟ ਫਾਰਮਿੰਗ ਦੀ ਗੱਲ ਆਈ ਆ ਤੇ ਅਸੀਂ ਦੇਖਿਆ ਵੀ ਸ਼ੁਰੂ ਦੇ ਵਿੱਚ ਅੱਜ ਤੋਂ 15-20 ਸਾਲ ਪਹਿਲਾਂ ਜਿੱਥੇ ਵੀ ਕੰਟਰੈਕਟ ਫਾਰਮਿੰਗ ਹੋਈ ਆ ਉੱਥੇ ਹੀ ਉਹ ਨਮੂਨਾ ਫੇਲ ਹੋ ਚੁੱਕਿਆ। ਅਸੀਂ ਪੰਜਾਬ ਦੀ ਅਗਰ ਮੈਂ ਗੱਲ ਕਹਾਂ ਤੇ ਪੰਜਾਬ ਦੇ ਵਿੱਚ ਜਦੋਂ ਬਹੁ ਭਾਤੀ ਫਸਲਾਂ ਇੱਥੇ ਬੀਜੀਆਂ ਜਾਂਦੀਆਂ ਸੀਗੀਆਂ ਔਰ ਉਦੋਂ ਕੰਟਰੈਕਟ ਫਾਰਮਿੰਗ ਹੀ ਨਹੀਂ ਸੀ, ਸਾਡਾ ਕਿਸਾਨ ਉਦੋਂ ਖਤਮ ਨਹੀਂ ਸੀ। ਅਸੀਂ ਗ੍ਰੀਨ ਰੈਵੋਲੂਸ਼ਨ ਵਰਗੀ ਵੱਡੀ ਕੁਰਬਾਨੀ ਕਰਕੇ ਇਸ ਜਗ੍ਹਾ ਦੇ ਉੱਤੇ ਆਏ ਆ। ਸਾਨੂੰ ਲੋੜ ਨਹੀਂ ਹੈ ਕਿ ਕੰਟਰੈਕਟ ਫਾਰਮਿੰਗ ਦੇ ਵਿੱਚ ਫਸੀਏ ਔਰ ਇਹ ਇੱਕ ਖਾਮਖਾਹ ਦਾ ਮੁੱਦਾ ਆ ਜਿਹਦੇ ਵਿੱਚ ਹੁਣ ਜਿਹੜੇ ਖੇਤੀ ਮਾਹਰ ਆ, ਖਾਸ ਤੌਰ ਤੇ ਮੈਂ ਅਗਰ ਦਵਿੰਦਰ ਸ਼ਰਮਾ ਉਹਨਾਂ ਦੀ ਗੱਲ ਕਰਾਂ ਜਿਹੜੇ ਕਿ ਭਾਰਤ ਵਿੱਚ ਕੋਈ 70 ਮੁਲਕਾਂ ਦੇ ਵਿੱਚ ਇਸ ਮੁੱਦੇ ਉੱਤੇ ਗੱਲਬਾਤ ਕਰ ਚੁੱਕੇ ਆ, ਇਹ ਕੋਈ ਜਿਹੜਾ ਮਾਡਲ ਆ ਬਹੁਤਾ ਸਫਲ ਨਹੀਂ ਕਿਹਾ ਜਾ ਸਕਦਾ। ਹੁਣ ਅੱਗੇ ਆ ਜਾਂਦੇ ਆ ਕਿ ਅਮਰੀਕਾ ਦੀ ਆਪਾਂ ਗੱਲ ਕਰ ਹੀ ਲਈ ਹੈ ਤੇ ਅਮਰੀਕਾ ਨੂੰ ਹਮੇਸ਼ਾ ਇੱਕ ਵਿਸ਼ਵ ਤਾਕਤ ਦੇ ਰੂਪ ਵਿੱਚ ਦੇਖਿਆ ਜਾਂਦਾ ਸੀ ਤੇ ਉੱਥੋਂ ਦੇ ਜਿਹੜੇ ਅਨੁਸ਼ਾਸਨ ਦੀਆਂ, ਉੱਥੋਂ ਦੇ ਜਿਹੜਾ ਜੀਵਨ ਪੱਧਰ ਉਹਦੀਆਂ ਗੱਲਾਂ ਹੁੰਦੀਆਂ ਸੀ। ਤੇ ਇਸ ਵੇਲੇ ਮੋਦੀ ਜੀ ਤੇ ਜਿਹੜੇ ਟਰੰਪ ਸਾਹਿਬ ਬੜੇ ਚੰਗੇ ਦੋਸਤ ਰਹੇ, ਇੱਕ ਦੂਜੇ ਦੇ ਲਈ ਪੱਕੇ ਆੜੀ ਰਹੇ ਆ ਤੇ ਜਿਹੜੀਆਂ ਬੜੀ ਇੱਕ ਦੂਜੇ ਨੂੰ ਸਪੋਰਟ ਕਰਦੇ ਰਹੇ ਆ। ਮੋਦੀ ਜੀ ਨੇ ਭਾਰਤ ਨੂੰ ਅੱਗੇ ਲੈ ਜਾਣ ਦੀ ਆੜ ਦੇ ਵਿੱਚ ਜਿਹੜੀਆਂ ਚੋਣਾਂ ਜਿੱਤੀਆਂ ਸੀ ਤੇ ਟਰੰਪ ਸਾਹਿਬ ਨੇ ਵੀ ਅਮਰੀਕਾ ਨੂੰ ਬਹੁਤ ਅੱਗੇ ਲੈ ਕੇ ਜਾਣ ਦੀ ਆੜ ਵਿੱਚ ਚੋਣਾਂ ਜਿੱਤੀਆਂ ਸੀ। ਤੇ ਇਸ ਵੇਲੇ ਜਿਹੜੇ ਹਾਲਾਤ ਬਣੇ ਹੋਏ ਆ ਕਿ ਉਹਨਾਂ ਦੇ ਸਮਰਥਕਾਂ ਨੇ ਜਿਹੜੀ ਅਮਰੀਕੀ ਕੈਪੀਟਲ ਬਿਲਡਿੰਗ ਹੈਗੀ ਆ ਉਹਦੇ ਉੱਤੇ ਬਹੁਤ ਬੁਰੇ ਤਰੀਕੇ ਨਾਲ ਹਮਲਾ ਕੀਤਾ ਤੇ ਅਮਰੀਕਾ ਤੋਂ ਇਹੋ ਜਿਹੀਆਂ ਖਬਰਾਂ ਆਉਣੀਆਂ ਬਹੁਤ ਹੀ ਹੈਰਾਨੀਜਨਕ ਆ ਕਿਉਂਕਿ ਉਹ ਭੀੜ ਕਿਸੇ ਵੀ ਤਰੀਕੇ ਕੰਟਰੋਲ ਨਹੀਂ ਹੋਈ। ਜਿਹੜੇ ਜੋ ਬਾਈਡਨ ਹੈਗੇ ਆ ਉਹਨਾਂ ਦੀ ਜਿੱਤ ਦਾ ਐਲਾਨ ਹੋਣਾ ਸੀ ਤੇ ਉਹ ਜਿੱਤ ਦਾ ਐਲਾਨ ਕਿਤੇ ਨਾ ਕਿਤੇ ਕਹਿ ਸਕਦੇ ਆ ਵੀ ਉਹ ਦੇਣਾ ਜਿਹੜਾ ਸਫਲ ਨਹੀਂ ਹੋਣ ਦਿੱਤਾ ਗਿਆ। ਕਿਵੇਂ ਦੇਖਦੇ ਹੋ ਜੇ ਅਮਰੀਕਾ ਵਰਗੇ ਦੇਸ਼ ਦੇ ਵਿੱਚ ਦੰਗਾਈ ਭੀੜਾਂ ਜਿਹੜੀਆਂ ਇਦਾਂ ਦੇ ਹਾਲਾਤ ਬਣਾ ਦਿੰਦੀਆਂ? ਬਿਲਕੁਲ ਦੇਖੋ, ਚਾਰਲੀ ਚੈਂਪਲਨ ਦੀ ਇੱਕ ਗੱਲ ਰਮਨ ਅਸੀਂ ਦੇਖਦੇ ਹੁੰਦੇ ਸੀਗੇ, ਕਾਰਟੂਨ ਦੇਖਦੇ ਹੁੰਦੇ ਸੀ ਤੇ ਉਹ ਹਾਸੋਹੀਣ ਸੀ ਤੇ ਅਸੀਂ ਦੇਖ ਕੇ ਉਸ ਪਾਤਰ ਨੂੰ ਹੱਸਦੇ ਸੀਗੇ। ਟਰੰਪ ਅੱਜ ਅਮਰੀਕੀ ਰਾਸ਼ਟਰਪਤੀ ਬੇਸ਼ੱਕ ਰਿਹਾ ਹੈ ਪਰ ਉਹ ਉਸੇ ਤਰ੍ਹਾਂ ਦਾ ਹੀ ਇੱਕ ਹਾਸੋਹੀਣ ਮਜ਼ਾਕ ਦਾ ਪਾਤਰ ਬਣ ਗਿਆ। ਕਿਤੇ ਨਾ ਕਿਤੇ ਉਹ ਲੰਬੇ ਸਮੇਂ ਤੋਂ ਚੱਲ ਰਿਹਾ ਵੀ ਮੈਂ ਨਾ ਮੰਨ, ਮੈਂ ਨਾ ਜਾਵਾਂ। ਉਹ ਪਹਿਲਾਂ ਐਲਾਨ ਕਰਤਾ ਸੀ। ਦੇਖੋ ਚੋਣਾਂ ਹਜੇ ਸ਼ੁਰੂਆਤ ਨਹੀਂ ਸੀ ਹੋਈਆਂ, ਇਲੈਕਸ਼ਨ ਨਹੀਂ ਸੀ ਹੋਏਗੇ, ਜਦੋਂ ਉਹਨੇ ਪਹਿਲਾਂ ਹੀ ਐਲਾਨ ਕਰਤਾ ਸੀ ਵੀ ਜੇ ਮੈਂ ਹਾਰ ਵੀ ਗਿਆ ਤਾਂ ਮੈਂ ਐਡੀ ਛੇਤੀ ਲੱਥਣ ਵਾਲੀ ਮੈਂ ਜਾਂਦਾ ਨਹੀਂ। ਉਹ ਆਪਣੀ ਗੱਲ ਤੇ ਕਾਇਮ ਰਿਹਾ, ਉਹ ਹੁਣ ਕਰਕੇ ਵਿਖਾ ਰਿਹਾ ਹੁਣ। ਪਰ ਜਿਹੜੀ ਕੱਲ ਘਟਨਾ ਹੋਈ ਆ ਕਿ ਅਸੀਂ ਦੇਖਦੇ ਹਾਂ ਕਿ ਅਮਰੀਕਾ ਦੇ ਵਿੱਚ ਜਿਹੜਾ ਵਾਈਟ ਹਾਊਸ ਦੇ ਵਿੱਚ ਲੋਕਾਂ ਨੇ ਹੱਲਾ ਬੋਲਿਆ, ਉੱਥੇ ਪਹੁੰਚੇ ਆ ਔਰ ਉਹ ਟਰੰਪ ਦੇ ਹੱਕ ਦੇ ਵਿੱਚ ਹੀ ਸਾਰੇ ਗੱਲਬਾਤ ਕਰ ਰਹੇ ਸੀਗੇ। 4 ਮੌਤਾਂ ਵੀ ਹੋਈਆਂ, 50 ਦੇ ਕਰੀਬ ਜਿਹੜੇ ਆ ਉੱਥੇ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ। ਪਰ ਅਮਰੀਕਾ ਵਰਗੇ ਲੋਕਤੰਤਰ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਜਿਵੇਂ ਵਾਸ਼ਿੰਗਟਨ ਡੀਸੀ ਦੇ ਵਿੱਚ ਹੋਈ ਹੈ, ਇੱਕ ਅਜਿਹਾ ਘਟਨਾਕ੍ਰਮ ਹੈ ਜਿੱਥੋਂ ਸਾਰੀ ਦੁਨੀਆ ਹੈਰਾਨ ਹੈ ਕਿ ਉਸ ਲੋਕਤੰਤਰ 'ਚ ਜਿਹੜਾ ਦੁਨੀਆ ਦਾ ਏਡਾ ਵੱਡਾ ਲੋਕਤੰਤਰ ਆ, ਜੇ ਉੱਥੇ ਇਹ ਹਾਲਾਤ ਹੋ ਸਕਦੇ ਤੇ ਬਾਕੀ ਜਗ੍ਹਾ ਕੀ ਬਣ ਸਕਦਾ। ਹੁਣ ਜੇ ਟਰੰਪ ਦੀ ਗੱਲ ਕਰਦੇ ਹਾਂ, ਟਰੰਪ ਉਸੇ ਆਪਦੀ ਜਿੱਤ ਤੇ ਅੜਿਆ ਹੋਇਆ, ਪਰ ਇੱਥੇ ਜੋ ਬਾਈਡਨ ਹੋਣਾ ਦੀ ਜਿਹੜੀ ਸਥਿਤੀ ਹੈ ਉਹ ਜਿੱਤ ਕੇ ਵੀ ਉਸ ਤਰੀਕੇ ਨਾਲ ਜੇ ਧੱਕਾ ਕਰਨਾ ਚਾਹੁੰਦੇ ਤੇ ਉਹ ਕਰ ਸਕਦੇ ਸੀ, ਪਰ ਉਹਨਾਂ ਨੇ ਕੀਤਾ ਨਹੀਂ ਗਾ। ਉਹ ਦੇਖ ਰਹੇ ਆ ਕਿ ਇੱਕ ਉਸ ਲੋਕਤਾਂਤਰਿਕ ਤਰੀਕੇ ਨਾਲ ਜਿਵੇਂ ਇੱਕ ਰਾਸ਼ਟਰਪਤੀ ਦਾ ਕਾਰਜਕਾਲ ਖਤਮ ਹੋ ਜਾਂਦਾ ਜਾਂ ਉਹ ਇਲੈਕਸ਼ਨ ਹਾਰ ਜਾਂਦਾ ਔਰ ਦੂਸਰਾ ਰਾਸ਼ਟਰਪਤੀ ਅਗਰ ਆਉਂਦਾ ਉਹਦੀ ਜਗ੍ਹਾ ਤੇ ਆਰਾਮ ਨਾਲ ਹੁੰਦਾ ਇਹੀ ਹੈ ਲੋਕਤੰਤਰ ਦੇ ਵਿੱਚ ਕਿ ਉਸ ਤੋਂ ਬਾਅਦ ਚੁਣਿਆ ਹੋਇਆ ਰਾਸ਼ਟਰਪਤੀ ਵਾਸ਼ਿੰਗਟਨ ਡੀਸੀ ਵਿੱਚ ਜਿਹੜਾ ਵਾਈਟ ਹਾਊਸ ਸੰਭਾਲਦਾ ਹੈ ਤੇ ਉੱਥੋਂ ਜਿਹੜਾ ਕਾਰਜਕਾਲ ਚਲਾਉਂਦਾ। ਪਰ ਹੁਣ ਇਹ ਐਤਕੀ ਰਮਨ ਪਹਿਲੀ ਵਾਰੀ ਹੋਇਆ, ਇਹ ਵੀ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਵਿਸ਼ਵ ਦੇ ਇਤਿਹਾਸ ਦੇ ਵਿੱਚ ਕਿ ਅਮਰੀਕਾ ਦੇ ਜਿਹੜਾ ਸੰਵਿਧਾਨ ਹੈ ਉਹਦੀ 25ਵੀਂ ਧਾਰਾ ਜਿਹੜੀ ਆ ਲਾਗੂ ਕਰਕੇ ਰਾਸ਼ਟਰਪਤੀ ਨੂੰ ਉਹਦੇ ਅਹੁਦੇ ਤੋਂ ਲਾਉਣਾ ਪੈ ਰਿਹਾ ਹੈ। ਦੇਖੋ ਕਿਹੜੀ ਹੈਰਾਨੀ ਦੀ ਗੱਲ ਹੈ। ਔਰ ਉਹਨੂੰ ਵਰਤਿਆ ਪਹਿਲਾਂ ਵਰਤੀ ਨਹੀਂ ਸੀ, ਪਰ ਇਹ ਕਹਿ ਸਕਦੇ ਵੀ ਹੁਣ ਵਰਤ ਕੇ ਚਲੋ ਫਾਇਦਾ ਤਾਂ ਖੱਟਣਗੇ ਔਰ ਧਾਰਾ ਦੀ ਵੀ ਇੱਜ਼ਤ ਰਹਿ ਜੂਗੀ ਵੀ ਉਹ ਵਰਤੀ ਗਈ ਹੈਗੀ। ਸ਼ਾਇਦ ਡਰ ਪੈ ਗਿਆ ਵੀ ਕੋਈ ਇਹੋ ਜਿਹਾ ਜਿੱਦੀ ਜਿਹੜਾ ਪ੍ਰਧਾਨ ਮੰਤਰੀ ਆ ਕੋਈ ਗਾਂ ਵਾ ਕਿ ਉਹਨੂੰ ਕੋਈ ਕਿਸੇ ਨੂੰ ਬੜਾ ਨਸ਼ਾ ਜਿਹਾ ਪੈ ਜਾਂਦਾ ਹੁੰਦਾ ਵੀ ਭਾਈ ਬੜੇ ਸੋਹਣੇ ਘਰ 'ਚ ਰਹਿ ਰਿਹਾ ਹੈਗਾ, ਮੈਂ ਮੇਰੀਆਂ ਚੱਲ ਰਹੀਆਂ ਹੈਗੀਆਂ, ਬੜੀਆਂ ਚੰਮਦੀਆਂ ਚਲਾਈਆਂ ਇਹਨਾਂ ਨੇ, ਤੇ ਉਹ ਕਿਤੇ ਨਾ ਕਿਤੇ ਮੋਹ ਪੈ ਜਾਂਦਾ। ਪਰ ਇਸ ਹੱਦ ਤੱਕ ਕਿਸੇ ਦੇਸ਼ ਦਾ ਜਿਹੜਾ ਜਿਹਨੂੰ ਪ੍ਰਤੀਨਿਧ ਚੁਣਿਆ ਜਾਂਦਾ ਉਹਦਾ ਅਕਸ ਇਦਾਂ ਦਾ ਹੋਣਾ ਨਹੀਂ ਚਾਹੀਦਾ ਜਿਵੇਂ ਦਾ ਅਸੀਂ ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਦਾ ਵੀ ਦੇਖ ਰਹੇ ਹਾਂ। ਔਰ ਸਭ ਤੋਂ ਹੈਰਾਨੀ ਦੀ ਗੱਲ ਦੇਖੋ ਕਮਲਜੀਤ ਜੀ ਕਿ ਇਹਨਾਂ ਜਿਹੜੇ ਲੰਬੇ ਸਮੇਂ ਤੋਂ ਭਾਸ਼ਣ ਚੱਲਦੇ ਆ ਰਹੇ ਸੀਗੇ, ਇਹ ਭਾਸ਼ਣਾਂ ਨੇ ਜਿਹੜੀ ਭੀੜ ਨੂੰ ਉਕਸਾਇਆ, ਕਿਤੇ ਨਾ ਕਿਤੇ ਉਹਨਾਂ ਨੂੰ ਡਾਇਰੈਕਟ ਕੀਤਾ ਕਿ ਤੁਹਾਨੂੰ ਹੁਣ ਜਿਹੜੀ ਤਾਕਤ ਤੋਂ ਕੰਮ ਲੈਣਾ ਪੈਣਾ। ਤੇ ਲੋਕਾਂ ਨੇ ਉਹਨਾਂ ਦੇ ਭਾਸ਼ਣ ਦੇ ਕਹਿ ਸਕਦੇ ਆ ਅਸਰ ਹੇਠ ਕਿਉਂਕਿ ਉਹਨਾਂ ਦੇ ਉਹ ਪੱਖਵਾਦੀ ਹੈਗੇ ਆ ਲੋਕ, ਉਹਨਾਂ ਦੇ ਫੇਵਰ ਦੇ ਵਿੱਚ ਹੈਗੇ ਆ, ਉਹਨਾਂ ਨੇ ਇਹ ਸੱਚੀ ਕਰ ਦਿਖਾਇਆ। ਤੇ ਕੱਲ ਹੋਇਆ ਕਿ ਜੋ ਬਾਈਡਨ ਨੂੰ
ਵਾਪਸ ਟਰੰਪ ਜੀ ਨੂੰ ਅਪੀਲ ਕਰਨੀ ਪਈ ਵੀ ਤੁਹਾਡੇ ਭਾਸ਼ਣਾਂ ਦਾ ਇਹ ਅਸਰ ਹੈ ਬਿਲਕੁਲ ਤੇ ਹੁਣ ਤੁਸੀਂ ਹੀ ਦਖਲ ਅੰਦਾਜ਼ੀ ਕਰਕੇ ਇਹਨਾਂ ਲੋਕਾਂ ਨੂੰ, ਇਸ ਹਿੰਸਾ ਨੂੰ ਕਾਬੂ ਕਰੋ। ਕਿਸੇ ਦੇਸ਼ ਦੇ ਜਿਹੜੇ ਆ ਪ੍ਰਧਾਨ ਨੂੰ ਇਸ ਤਰੀਕੇ ਦੇ ਭਾਸ਼ਣ ਦੇ ਕੇ ਆਪਣੀ ਜਨਤਾ ਜਿਹੜੀ ਉਹਨਾਂ ਨੂੰ ਜਿਤਾ ਰਹੀ ਆ, ਉਹਦੀ ਜਾਨ ਮਾਲ ਦੀ ਰੱਖਿਆ ਕਰਨ ਦਾ ਉਹ ਕਿਉਂ ਫਰਜ਼ ਭੁੱਲ ਜਾਂਦੇ ਆ? ਬਿਲਕੁਲ ਦੇਖੋ, ਉੱਥੇ ਇਹ ਸੀਗਾ ਕਿ ਵੱਡੇ ਪੱਧਰ ਦੇ ਉੱਤੇ ਜੋ ਉਹਨੇ ਪਹਿਲਾਂ ਸੋਚੀ ਸਮਝੀ ਸਕੀਮ ਹੈ ਜੀ। ਦੇਖੋ ਭਾਸ਼ਣ ਜਿਹੜੇ ਆ ਇਸ ਤਰ੍ਹਾਂ ਦੇ ਉਕਸਾਊ ਦਿੱਤੇ ਆ, ਤਾਂ ਕੱਲ ਭੀੜ ਜਿਹੜੀ ਵਾਸ਼ਿੰਗਟਨ ਡੀਸੀ ਦੇ ਉੱਤੇ ਜਾ ਕੇ ਉਹਨਾਂ ਹੱਲਾ ਬੋਲਿਆ, ਉੱਥੇ ਜਾ ਕੇ ਉਹ ਰਾਸ਼ਟਰਪਤੀ ਭਵਨ ਦੇ ਵਿੱਚ ਦਖਲਅੰਦਾਜ਼ੀ ਕੀਤੀ ਔਰ ਪੁਲਿਸ ਨੂੰ ਫਿਰ ਉੱਥੇ ਜਿਹੜੀ ਉਹ ਕਾਰਵਾਈ ਕਰਨੀ ਵੀ ਪਈ ਔਰ ਇਸ ਤਰ੍ਹਾਂ ਦੀ ਸਥਿਤੀ ਬਣੀ। ਪਰ ਇਹ ਹੁੰਦਾ ਹੈ ਕਿ ਦੁਨੀਆ ਭਰ ਦੇ ਕਿਸੇ ਵੀ ਲੋਕਤੰਤਰ ਵਿੱਚ ਕਦੇ ਇਸ ਤਰ੍ਹਾਂ ਨਹੀਂ ਹੁੰਦਾ ਕਿ ਹਾਰਿਆ ਹੋਇਆ ਜਿਹੜਾ ਰਾਸ਼ਟਰਪਤੀ ਹੈ ਉਹ ਇਸ ਤਰ੍ਹਾਂ ਦੀ ਜਿਹੜੀ ਭੀੜ ਉਹਦੀ ਸਮਰਥਕ ਰਹੀ ਆ, ਉਹਨਾਂ ਨੂੰ ਇਸ ਤਰੀਕੇ ਦੱਸੇ ਵੀ ਜਦੋਂ ਉਹ ਲੋਕ ਵੀ ਜਾਣਦੇ ਆ, ਪਤਾ ਉਹਨਾਂ ਨੂੰ ਵੀ ਲੋਕਤੰਤਰ ਕੀ ਕਹਿੰਦਾ ਹੈ ਕਿ ਜਦੋਂ ਇੱਕ ਬੰਦੇ ਦੀ ਜਿੱਤ ਹੋ ਗਿਆ, ਜਿਵੇਂ ਜੋ ਬਾਈਡਨ ਹੋਣਾ ਦੀ ਜਿੱਤ ਹੋ ਗਈ ਹੈ, ਤੇ ਉਸ ਦੇ ਬਾਵਜੂਦ ਇਮਾਨਦਾਰੀ ਨਾਲ ਟਰੰਪ ਨੂੰ ਆਪਦੇ ਅਹੁਦੇ ਤੋਂ ਲਾਂਭੇ ਹੋ ਜਾਣਾ ਚਾਹੀਦਾ ਸੀਗਾ। ਪਰ ਉਹ ਸੋਚੀ ਸਮਝੀ ਸਕੀਮ ਹੈ, ਉਹ ਸਾਜ਼ਿਸ਼ ਹੈ ਉਹਦੀ ਕਿ ਉਹ ਪਾਸੇ ਨਹੀਂ ਹੋ ਰਿਹਾ, ਉਹ ਆਪਣੀ ਅੜੀ ਉੱਤੇ ਅੜਿੰਗ ਹੋਇਆ ਗਿਆ। ਬਾਦਲ ਸਾਹਿਬ ਦੇ ਬਿਆਨ ਹੁੰਦੇ ਸੀਗੇ ਵੀ ਮੈਂ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੇਣਾ ਹੈਗਾ, ਤੇ ਮੋਦੀ ਸਾਹਿਬ ਦੇ ਬਿਆਨ ਹੁੰਦੇ ਸੀਗੇ ਵੀ ਮੈਂ ਭਾਰਤ ਨੂੰ ਅਮਰੀਕਾ ਵਰਗੀ ਜਿਹੜੀ ਵਿਸ਼ਵ ਤਾਕਤ ਬਣਾ ਦੇਣਾ ਹੈਗਾ। ਤੇ ਦੋ ਜਿਹੜੀਆਂ ਸਿਮਿਲੈਰਿਟੀਜ਼ ਤਾਂ ਦੇਖ ਹੀ ਰਹੀਆਂ ਹੁਣ ਕਿ ਉੱਥੇ ਵੀ ਲੋਕ ਜਿਹੜੇ ਆ ਭੀੜ ਦੇ ਰੂਪ ਦੇ ਵਿੱਚ ਉਹਨਾਂ ਦਾ ਥੋੜੀ ਡਾਇਰੈਕਸ਼ਨ ਹੋਣ ਆ, ਇੱਥੇ ਸਾਡੇ ਲੋਕ ਜਿਹੜੇ ਆ ਵਿਚਾਰੀਆਂ ਭੀੜਾਂ ਹੈਗੀਆਂ ਆਪਦੀਆਂ ਕੁਰਬਾਨੀਆਂ ਦੇ ਕੇ ਆਪਦੇ ਹੱਕਾਂ ਦੀ ਖਾਤਰ ਦਿੱਲੀ ਦੇ ਵਿੱਚ ਬੈਠੀਆਂ ਹੈਗੀਆਂ, ਤੇ ਪੰਜਾਬ ਜਿਹੜਾ ਕੈਲੀਫੋਰਨੀਆ ਬਣੀ ਚੁੱਕਿਆ, ਅਸੀਂ ਇਹ ਦੇਖ ਹੀ ਚੁੱਕੇ ਆ। ਮਹਾਰਾਜਾ ਸਿੰਘ ਦਾ ਰਾਜ ਵੀ ਕਹਿ ਸਕਦੇ ਆ, ਉਹਦਾ ਵੀ ਤਾਂ ਦਾਅਵਾ ਸੀਗਾ ਜੀ। ਤੇ ਇਹ ਜਿਹੜੀ ਸਥਿਤੀ ਕੀ ਲੱਗਦਾ ਵੀ ਇਹ ਏਦਾਂ ਦੀ ਸਮਾਨਤਾ ਹੋਣੀ ਸੀ ਇਸ ਤਰੀਕੇ ਨਾਲ ਜਿਹੜਾ ਭਾਰਤ ਤੇ ਅਮਰੀਕਾ ਜਿਹੜੀ ਆ ਬਰਾਬਰੀ ਦੇ ਉੱਤੇ ਆਉਣੇ ਸੀ ਤੇ ਪੰਜਾਬ ਕੈਲੀਫੋਰਨੀਆ ਬਣਨਾ ਸੀ? ਕਹਿ ਸਕਦੇ ਆ। ਉਹ ਆੜੀ ਜਿਹੜੀ ਹੈ ਕਿਤੇ ਆੜੀ ਰੰਗ ਵੀ ਤਾਂ ਲਿਆਊਗੀ ਨਾ, ਉਹ ਆੜੀ ਦਿਸਦੀ ਪਈ ਹੈ ਨਾ ਵੀ ਉਹ ਕਿਤੇ ਪ੍ਰਚਾਰ ਕਰਨ ਮੋਦੀ ਜੀ ਵੀ ਉੱਥੇ ਜਾ ਰਹੇ ਸੀਗੇ ਤੇ ਟਰੰਪ ਨਾਲ ਗੂੜੀ ਜਾ ਰਹੀ ਹੈ, ਤੇ ਹੁਣ ਉਹ ਪੂਰੇ ਵਿਸ਼ਵ ਦੇ ਮੀਡੀਆ 'ਚ ਵੀ ਇਹਨਾਂ ਦੋਵਾਂ ਦੀ ਚਰਚਾ ਰਹੀ ਹੈ ਵੀ ਚੰਗੇ ਮਿੱਤਰ ਆ, ਤੇ ਹੁਣ ਮਿੱਤਰਾਂ ਨੇ ਆਪਦੀ ਅੜੀ ਦੇ ਔਰ ਹਿੰਡ ਤਾਂ ਦੱਸਣੀ ਹੈ ਨਾ ਦੁਨੀਆ ਨੂੰ, ਕੁਝ ਵੀ ਕਹਿ ਸਕਦੇ ਹੈਗੇ। ਪਰ ਕੁੱਲ ਮਿਲਾ ਕੇ ਇਹ ਹੈ ਕਿ ਅੜੀ ਤੇ ਦੋਵੇਂ ਕਾਇਮ ਆ, ਹੁਣ ਆਉਣ ਵਾਲਾ ਸਮਾਂ ਦੱਸੂ ਵੀ ਨਤੀਜਾ ਨਿਕਲਦਾ ਕੀ ਹੈ। ਪਰ ਇਹਦੇ ਵਿੱਚ ਜਿਹੜੀ ਆਮ ਜਾਨ ਮਾਲ ਦੀ ਜਿਹੜੀ ਰਾਖੀ ਦਾ ਇੱਕ ਹੁੰਦਾ ਹੈ ਕਿ ਉਹ ਰਾਖੀ ਕਰਨ, ਉਹ ਜਿਹੜੀ ਕਿਤੇ ਦਿਖ ਨਹੀਂ ਰਹੀ ਹੈਗੀ। ਉਹ ਤਾਂ ਜ਼ਾਹਿਰ ਹੈ ਨਾ, ਜਦੋਂ ਬੰਦਾ ਇੱਕ ਪਾਸੇ ਸੰਵਿਧਾਨ ਦੀ ਪਾਲਣਾ ਨਾ ਕਰੇ, ਕਾਨੂੰਨਾਂ ਦੀ ਪਾਲਣਾ ਨਾ ਕਰੇ, ਉਹ ਜਦੋਂ ਪਾਸੇ ਭਟਕਦਾ ਤੇ ਫਿਰ ਸਥਿਤੀ ਤੇ ਇਹੋ ਜਿਹੀ ਗੰਭੀਰ ਆਉਂਦੀ, ਫਿਰ ਕੀ ਅਸੀਂ ਇਹੋ ਜਿਹੇ ਲੋਕਾਂ ਤੋਂ ਨਿਆਂ ਦੀ ਆਸ ਜਿਹੜੀ ਉਹ ਕਰ ਸਕਦੇ ਹਾਂ? ਇਸ ਕਰਕੇ ਨਹੀਂ ਕੀਤੀ ਜਾ ਸਕਦੀ। ਇਹ ਇੱਕ ਵਹਿਮ ਸਾਡੇ ਆ ਵੀ ਇਹ ਉਸ ਗੱਲ ਦੇ ਉੱਤੇ ਆਉਣਗੇ, ਕਿਉਂਕਿ ਜਦੋਂ ਕੋਈ ਵੀ ਵੱਡੇ ਉਹਦੇ ਉੱਤੇ ਬੈਠਾ ਲੋਕਤੰਤਰ ਦੀ ਔਰ ਖਾਸ ਤੌਰ ਦੇ ਉੱਤੇ ਆਪਣੀ ਜਨਤਾ ਨੂੰ ਭੁੱਲ ਜਾਂਦਾ ਹੈ, ਤੇ ਜ਼ਾਹਿਰ ਹੈ ਕਿ ਫਿਰ ਉਹ ਇੱਕ ਦਮ ਜਿਹੜਾ ਆ ਨਜ਼ਰਾਂ ਤੋਂ ਵੀ ਔਰ ਦਿਲਾਂ ਤੋਂ ਵੀ ਲੋਕਾਂ ਦੇ ਦੂਰ ਹੋ ਜਾਂਦਾ। ਔਰ ਉਹ ਅਕਸ ਜਿਹੜਾ ਹੈਗਾ, ਚਾਹੇ ਉਹ ਮੋਦੀ ਇੱਧਰ ਬੈਠਾ ਆ ਸਾਡੇ ਭਾਰਤੀ ਕਿਸਾਨਾਂ ਦੇ ਵਿੱਚ, ਤੇ ਚਾਹੇ ਉਹ ਉੱਧਰ ਟਰੰਪ ਬੈਠਾ ਹੈਗਾ ਉਧਰਲੇ ਲੋਕਾਂ ਦੇ ਵਿੱਚ, ਔਰ ਪੂਰੀ ਦੁਨੀਆ 'ਚ ਆਪਣਾ ਅਕਸ ਵਿਗਾੜ ਰਿਹਾ। ਬਿਲਕੁਲ ਇੱਕ ਹੋਰ ਜਿਹੜੀ ਨਵੀਂ ਚੀਜ਼ ਹੋਈ ਹੈ, ਕੱਲ ਸੁਪਰੀਮ ਕੋਰਟ ਨੇ ਕਰੋਨਾ ਦੇ ਸੰਦਰਭ ਦੇ ਵਿੱਚ ਜਿਹੜੇ ਸਾਡੇ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਹੈਗੇ ਉਹਨਾਂ ਨੂੰ ਜਵਾਬ ਤਲਬੀ ਕੀਤੀ ਹੈ। ਉਹਨਾਂ ਨੇ ਇਹ ਪੁੱਛਿਆ ਹੈਗਾ ਵੀ ਕੀ ਜਿਹੜਾ ਕਿਸਾਨ ਅੰਦੋਲਨ ਹੋ ਰਿਹਾ ਉਹਦੇ ਵਿੱਚ ਸਰਕਾਰ ਕਿਸਾਨਾਂ ਦੇ ਕਰੋਨਾ ਤੋਂ ਬਚਾਅ ਦੇ ਲਈ ਕੋਈ ਦੇਖਰੇਖ ਕਰ ਰਹੀ ਆ, ਕੋਈ ਪ੍ਰਬੰਧ ਕੀਤੇ ਆ? ਇਸ ਚੀਜ਼ ਦੇ ਵੱਲ ਵੀ ਸੁਪਰੀਮ ਕੋਰਟ ਨੇ ਧਿਆਨ ਦਵਾਇਆ ਕਿ ਭਾਵੇਂ ਕਿ ਉਹ ਜਿਹੜਾ ਆਪਣੇ ਹੱਕਾਂ ਦੇ ਪ੍ਰਤੀ ਆਪਣਾ ਰੋਸ ਮੁਜ਼ਾਹਰਾ ਕਰ ਰਹੇ ਆ, ਪਰ ਕੀ ਸਰਕਾਰ ਨੇ ਇਹ ਯਕੀਨੀ ਬਣਾਇਆ ਕਿ ਉੱਥੇ ਜਿਹੜੀਆਂ ਕਰੋਨਾ ਤੋਂ ਬਚਣ ਦੇ ਲਈ ਉਹਨਾਂ ਦੇ ਜਿਹੜੇ ਕੋਈ ਖਾਸ ਪ੍ਰਬੰਧ ਕੀਤੇ ਜਾਣ? ਸਰਕਾਰ ਵੱਲੋਂ ਜਿਹੜੇ ਆ ਕਿਸਾਨਾਂ ਦੀ ਸੁਰੱਖਿਆ ਦੇ ਲਈ ਕਿਵੇਂ ਦੇ ਪ੍ਰਬੰਧ ਹੋਏ, ਇਹਨਾਂ ਵੱਲ ਕੋਈ ਧਿਆਨ ਹੈ ਤੁਹਾਡਾ, ਜਾਂ ਕੋਈ ਤੁਹਾਡੇ ਧਿਆਨ ਦੇ ਵਿੱਚ ਕੋਈ ਪੁਆਇੰਟ ਹੈ? ਪੁਆਇੰਟ ਇਹ ਕਹਿ ਸਕਦੇ ਆ ਕਿ ਆਮ ਸਾਰੇ ਦਰਸ਼ਕ ਵੀ ਜਾਣਦੇ ਆ ਇਸ ਮਾਮਲੇ ਬਾਰੇ ਕਿ ਹਜੇ ਤੱਕ ਸਰਕਾਰ ਜਿਹੜੀ ਆ ਉਹ ਤਾਂ ਕਿਸਾਨਾਂ ਦੇ ਮਾਮਲੇ 'ਚ ਉਹ ਹੀ ਨਹੀਂ ਉੱਥੇ ਮੀਟਿੰਗ ਕਰਨ ਵਾਸਤੇ ਆ ਰਹੀ। ਖਾਸ ਤੌਰ ਤੇ ਮੈਂ ਨਰਿੰਦਰ ਮੋਦੀ ਹੋਰਾਂ ਦੀ ਗੱਲ ਕਰ ਲਵਾਂ, ਸਰਕਾਰ ਨੂੰ ਡਰ ਹੋਵੇ ਕਿ ਉਹਨਾਂ ਨੂੰ ਕਰੋਨਾ ਨਾ ਹੋ ਜਾਵੇ। ਡਰ ਤੇ ਇਹੀ ਹੈ ਨਾ ਵੀ ਕਰੋਨਾ ਨਾ ਹੋ ਜਾਵੇ, ਕਿਉਂਕਿ ਹੁਣ ਤੱਕ ਕਿਸਾਨਾਂ ਨੂੰ ਡਰਾਉਣ ਦੇ ਲਈ ਹੁਣ ਤੱਕ ਦੁਹਾਈ ਇਹ ਪਾਈ ਸੀ। ਰਮਨ, ਮੈਨੂੰ ਐਂ ਲੱਗਦਾ ਕਦੇ ਕਦੇ ਕਿ ਜਿਹੜਾ ਕਰੋਨਾ ਦਾ ਐਡਾ ਹਊਆ ਖੜਾ ਕੀਤਾ ਆ ਸਾਡੇ ਮੈਂ ਕਹਿੰਦਾ ਸਤਿਗੁਰਾਂ ਦੀ ਐਡੀ ਮਿਹਰ ਆ, ਜਿੰਨਾ ਕਿਸਾਨ ਅੰਦੋਲਨ ਹੁਣ ਤੱਕ ਚੱਲਿਆ ਕੋਈ ਇੱਕ ਕੇਸ ਮਾਈਨਰ ਜਿਹਾ ਵੀ ਨਹੀਂ ਨਿਕਲ ਕੇ ਆਇਆ, ਜੇ ਕਹਿ ਸਕੀਏ ਹੈ। ਦੌਰਾਨ ਵੀ ਹਾਰਟ ਅਟੈਕ ਔਰ ਐਕਸੀਡੈਂਟ ਤੋਂ ਬਿਨਾਂ ਕੋਈ ਤੀਸਰਾ ਕਾਰਨ ਜਿਹੜਾ ਅਜੇ ਤੱਕ ਸਾਹਮਣੇ ਨਹੀਂ ਆਇਆ। ਬਿਲਕੁਲ ਇਹ ਵੀ ਕਿਤੇ ਨਾ ਕਿਤੇ ਸ਼ੱਕੀ ਲੱਗਦਾ ਹੈ ਕਿ ਜੇ ਕਰੋਨਾ ਹੁੰਦਾ ਤੇ ਹੁਣ ਤੱਕ ਤਾਂ ਸ਼ਾਇਦ ਉਹ ਮਹਾਮਾਰੀ ਬਣ ਜਾਂਦਾ, ਜਿਸ ਤਰੀਕੇ ਨਾਲ ਸਾਡੇ ਲੋਕ ਉੱਥੇ ਬੈਠੇ ਹੋਏ ਆ। ਤੇ ਦੂਸਰੀ ਹੁਣ ਜਿਹੜੀ ਗੱਲ ਆਪਾਂ ਕੀਤੀ ਹੈ ਕਿ ਉਹਦੇ ਵਿੱਚ ਹਜੇ ਤੱਕ ਸਰਕਾਰ ਵੱਲੋਂ ਕੋਈ ਇਹੋ ਜਿਹੀ ਭੂਮਿਕਾ ਨਹੀਂ ਨਿਭਾਈ ਜਾ ਰਹੀ। ਹਾਂ, ਵੱਡੇ ਪੱਧਰ ਦੇ ਉੱਤੇ ਜਿਵੇਂ ਰਵੀ ਸਿੰਘ ਖਾਲਸਾ ਏਡ ਵਾਲੇ ਯਾਰ ਇਸ ਤਰ੍ਹਾਂ ਦੀਆਂ ਹੋਰ ਜਥੇਬੰਦੀਆਂ ਉੱਥੇ ਪਹੁੰਚੀਆਂ ਹੋਈਆਂ, ਉਹਨਾਂ ਨੇ ਉੱਥੇ ਮੈਡੀਕਲ ਕੈਂਪ ਲਾਏ ਹੋਏ ਆ, ਉੱਥੇ ਮੈਡੀਕਲ ਸਹੂਲਤਾਂ ਮਿਲ ਰਹੀਆਂ ਹੈਗੀਆਂ।
ਪਰ ਉਹ ਕਿਤੇ ਇਸ ਪ੍ਰਤੀ ਵੀ ਜਾਗਰੂਕ ਆ। ਔਰ ਜਿਹੜੀ ਗੱਲ ਵਿਚਲੀ ਕਿਤੇ ਇਹ ਓਹਲੇ ਵਾਲੀ ਹਜੇ ਕਰੋਨਾ ਦੇ ਮਾਮਲੇ ਵਿੱਚ ਇੰਕਸ਼ਾਫ ਹੀ ਨਹੀਂ ਹੋ ਸਕਿਆ ਹੈਗਾ। ਬੇਸ਼ੱਕ ਵੈਕਸੀਨ ਦਾ ਇੱਕ ਪਾਸੇ ਰੌਲਾ ਪੈ ਰਿਹਾ ਹੈਗਾ ਕਿ ਵੈਕਸੀਨ ਆ ਚੁੱਕੀ ਆ, ਇੱਦਾਂ ਲਗਾਈ ਜਾਊਗੀ, ਇੱਦਾਂ ਵਲੰਟੀਅਰਾਂ ਨੂੰ ਦਿੱਤੀ ਜਾਊਗੀ, ਇਸ ਤਰੀਕੇ ਨਾਲ ਸੈਮੀ ਵਲੰਟੀਅਰਾਂ ਨੂੰ ਦਿੱਤੀ ਜਾਊਗੀ, ਪਰ ਉਹ ਵੀ ਉਹੀ ਜਿਹੜੇ ਕਿ ਸਿਹਤ ਕੰਮ ਆ ਪਹਿਲਾਂ ਤਾਂ ਉਹਨਾਂ ਦੇ ਵਿੱਚ ਹੀ ਇਹ ਦਿੱਤੀ ਜਾਊਗੀ। ਪਰ ਜਿਹੜੀ ਉੱਥੇ ਪਹੁੰਚਾਉਣੀ ਚਾਹੀਦੀ ਸੀ ਉੱਥੇ ਕੋਈ ਵੀ ਸਰਕਾਰਾਂ ਵੱਲੋਂ ਜਰਾ ਵੀ ਕੋਈ ਗੱਲ ਉੱਭਰ ਕੇ ਨਹੀਂ ਆਈ ਕਿ ਉੱਥੇ ਉਹਨਾਂ ਨੂੰ ਪਹੁੰਚਾਇਆ ਜਾ ਰਿਹਾ ਜਾਂ ਪ੍ਰਬੰਧ ਕੀਤੇ ਜਾ ਰਹੇ ਆ। ਇਸ ਤਰ੍ਹਾਂ ਜਿਹੜਾ ਇੱਕ ਪਾੜਾ ਰਮਣ ਹੋ ਗਿਆ ਨਾ, ਕਿਉਂਕਿ ਜਿਹੜਾ ਪੰਜਾਬ ਹੈ ਤੇ ਦਿੱਲੀ ਆ, ਇਹਨਾਂ ਵਿੱਚ ਇੱਕ ਇਹੋ ਜਿਹਾ ਪਾੜਾ ਹੋ ਗਿਆ ਕਿ ਪੰਜਾਬ ਨੂੰ ਜਿਵੇਂ ਪਹਿਲਾਂ ਹੀ ਅਲੱਗ ਹੀ ਰੱਖਿਆ ਗਿਆ, ਸਮਝਿਆ ਗਿਆ, ਹੁਣ ਵੀ ਇਸ ਮਾਮਲੇ ਵਿੱਚ ਉਹ ਸਮਝਦੇ ਨੇ ਵੀ ਪੰਜਾਬ ਦੇ ਪੱਖ ਦੇ ਵਿੱਚ ਕੋਈ ਖੜਿਆ ਜਾਵੇ ਜਾਂ ਉਹਨਾਂ ਦੀ ਇਸ ਪੱਖ ਦੇ ਵਿੱਚ ਕੋਈ ਸਿਹਤ ਪੱਖ ਨੂੰ ਦੇਖਿਆ ਜਾਵੇ। ਪਰ ਦੂਸਰਾ ਪੱਖ ਜਾਣਦੇ ਇਹ ਵੀ ਆ ਕਿ ਉੱਥੇ ਉਹਨਾਂ ਕੋਲ ਕੋਈ ਕਮੀ ਨਹੀਂ ਹੈਗੀ। ਜਿਵੇਂ ਹੁਣ ਇਹਨਾਂ ਨੇ ਹਾਸੋਂ ਨੇ ਬਿਆਨ ਦਿੱਤੇ ਸੀ ਵੀ ਉਹ ਅਸੀਂ ਦੇਖ ਰਹੇ ਸੀ, ਉਹ ਕਹਿੰਦੇ ਮੰਤਰੀ ਇਹਨਾਂ ਦੇ ਕਿ ਉਹ ਤੇ ਪਿਕਨਿਕ ਮਨਾਉਣ ਗਏ ਹੋਏ ਆ, ਤਾਂ ਉਹ ਪਿਕਨਿਕ ਮਨਾਉਣ ਵਾਲਾ ਉਹ ਜਿਹੜਾ ਖਮਿਆਜ਼ਾ ਉਹ ਭੁਗਤਣਾ ਵੀ ਪੈ ਗਿਆ ਗੱਲ ਕਹਿ ਕੇ। ਪਰ ਦੇਖਦੇ ਆ ਕਿ ਜਿਹੜੇ ਸਾਡੇ ਆਪਣੇ ਪ੍ਰਬੰਧ ਆ ਉਹ ਬਹੁਤ ਵਧੀਆ ਤਰੀਕੇ ਨਾਲ ਉੱਥੇ ਕੀਤੇ ਗਏ ਆ ਔਰ ਹਜੇ ਤੱਕ ਕੋਈ ਇਸ ਤਰ੍ਹਾਂ ਦਾ ਡਰ ਡੁੱਕਰ ਵਾਲੀ ਗੱਲ ਨਹੀਂ ਹੈ। ਇੱਕ ਹੋਰ ਚੀਜ਼ ਵੀ ਜਿਹੜੀ ਸਾਹਮਣੇ ਆਉਂਦੀ ਆ ਕਿ ਜੇ ਜਿਵੇਂ ਪਹਿਲਾਂ ਦਿੱਲੀ ਦੇ ਅੰਕੜੇ ਸੀਗੇ ਕਰੋਨਾ ਜਿਹੜੇ ਮਰੀਜ਼ਾਂ ਦੇ ਆ, ਤੇ ਹੁਣ ਦਿੱਲੀ ਦੇ ਜਿਹੜੇ ਭਾਵੇਂ ਕਿ ਇਹ ਜਿਹੜਾ ਨੈਸ਼ਨਲ ਮੀਡੀਆ ਦਿਖਾਵੇ ਚਾਹੇ ਨਾ ਦਿਖਾਵੇ, ਪਰ ਅਸੀਂ ਰੋਜ਼ਾਨਾ ਦੇਖਦੇ ਆ, ਸਾਡੇ ਕੋਲੇ 5-7 ਵੀਡੀਓਜ਼ ਫੋਟੋਜ਼ ਇਦਾਂ ਦੀਆਂ ਆਉਂਦੀਆਂ ਜਿਹਦੇ ਵਿੱਚ ਦਿੱਲੀ ਦੇ ਲੋਕ ਕਿਸਾਨਾਂ ਨੂੰ ਜਿਹੜਾ ਆਪਣਾ ਸਮਰਥਨ ਦਿੰਦੇ ਹੋਏ ਰੋਜ਼ ਪਰਿਵਾਰਾਂ ਦੇ ਪਰਿਵਾਰ ਆਉਂਦੇ ਆ ਔਰ ਇਹ ਐਗਜ਼ਾਮਪਲ ਸੈੱਟ ਕਰਦੇ ਵੀ ਅਸੀਂ ਆਪਣੇ ਬੱਚਿਆਂ ਨੂੰ ਦਿਖਾਉਣਾ ਚਾਹੁੰਦੇ ਆ ਵੀ ਇੱਕ ਜਿਹੜਾ ਸੇਵਾ ਦਾ ਸੰਕਲਪ ਹੈਗਾ ਸਿੱਖਾਂ ਦੇ ਕੋਲੇ, ਜਾਂ ਹੁਣ ਤਾਂ ਕਹਿ ਲਓ ਵੀ ਹਰਿਆਣੇ ਵਾਲਿਆਂ ਨੇ ਜਿਹੜਾ ਸਾਡੇ ਗੁਰੂ ਸਾਹਿਬਾਨ ਦੇ ਸੇਵਾ ਦੇ ਸੰਕਲਪ ਨੂੰ ਐਨ ਕਮਾਲ ਦਾ ਬਣਾ ਦਿੱਤਾ ਹੋਇਆ ਹੈ, ਤੇ ਉਹਨਾਂ ਨੇ ਜਿਹੜੀਆਂ ਉਹ ਚੀਜ਼ਾਂ ਨੂੰ ਕਿਤੇ ਨਾ ਕਿਤੇ ਹਾਈਲਾਈਟ ਕੀਤਾ। ਪਰ ਜਿਹੜੇ ਦਿੱਲੀ ਦੇ ਲੋਕ ਉਹ ਤਾਂ ਰੋਜ਼ਾਨਾ ਜਿਹੜਾ ਸੇਵਾ ਕਰਨ ਆਉਂਦੇ ਆ, ਨੇੜਲੇ ਪਿੰਡਾਂ ਦੇ ਬੱਚੇ ਜਿਹੜੇ ਆ ਸੁਬਾਹ ਲੱਸੀ ਦੇ ਜਿਹੜੇ ਡੋਲੂ ਭਰ ਕੇ ਸਾਡੇ ਅੰਦੋਲਨਕਾਰੀਆਂ ਦੇ ਕੋਲੇ ਆਉਂਦੇ ਆ, ਫਿਰ ਉਹਨਾਂ ਨੂੰ ਵੀ ਤਾਂ ਕਰੋਨਾ ਦਾ ਜਿਹੜਾ ਖਤਰਾ ਹੋਣਾ ਸੀ, ਤੇ ਕਰੋਨਾ ਹੁਣ ਤੱਕ ਤਾਂ ਫਿਰ ਦਿੱਲੀ ਦੇ ਵਿੱਚ ਬਹੁਤ ਜ਼ਿਆਦਾ ਵੱਧ ਹੋ ਚੁੱਕਾ, ਬਹੁਤ ਜ਼ਿਆਦਾ ਹੋਣਾ ਚਾਹੀਦਾ ਸੀ। ਦੇਖੋ ਹੁਣ ਤਾਂ ਕੇਜਰੀਵਾਲ ਸਰਕਾਰ ਬਣੀ ਇਸ ਗੱਲ ਤੇ ਰੌਲਾ ਪਾਉਂਦੀ ਪਈ ਕਿ ਆ ਹੋ ਜਾਊਗਾ, ਜਿਵੇਂ ਕਿ ਪਹਿਲਾਂ ਇਹਨਾਂ ਨੇ ਹਊਆ ਖੜਾ ਕਰ ਦਿੱਤਾ ਸੀ ਵੀ ਕਿਸਾਨ ਅੰਦੋਲਨ ਨੂੰ ਜਿਹੜਾ ਆ ਕਿਸੇ ਤਰੀਕੇ ਰੋਕਿਆ ਜਾਵੇ। ਕਰੋਨਾ ਦੇ ਰੌਲੇ ਦੇ ਵਿੱਚ ਇਹ ਗੱਲ ਹੀ ਉਹਨਾਂ ਦੀ ਕਿਤੇ ਗਵਾਚ ਗਈ, ਕਰੋਨਾ ਖਤਮ ਹੈ। ਇਸ ਕਰਕੇ ਕਹਿ ਸਕਦੇ ਹਾਂ ਕਿ ਜਿੱਥੇ ਜਜ਼ਬਿਆਂ ਦੀ ਗੱਲ ਹੋਵੇ, ਜਜ਼ਬਿਆਂ ਦੇ ਕਾਂਗ ਆਈ ਹੋਵੇ, ਉਹ ਹੜ ਵੇਗਦਾ ਆਇਆ ਹੋਵੇ, ਹੱਕਾਂ ਦੀ ਗੱਲ ਹੋ ਰਹੀ ਹੋਵੇ, ਗੁਰੂ ਬਾਬੇ ਦੀ ਮਿਹਰ ਹੋ ਰਹੀ ਹੋਵੇ, ਉੱਥੇ ਕਰੋਨਾ ਵਰਗੀ ਜਿਹੜੀ ਮਹਾਮਾਰੀ ਆ ਉਹ ਸ਼ਿਵ ਮੰਤਰ ਕਹਿ ਸਕਦੇ ਹੋ, ਨਹੀਂ ਹੋ ਸਕਦਾ। ਸੋ ਇੱਕ ਵੱਡੀ ਗੱਲ ਹੈ ਕਿ ਸਾਡੀ ਜਿਹੜੀ ਉਹ ਇੱਕ ਤਾਕਤ ਹੈ, ਉਹ ਤਾਕਤ ਦੇ ਮੂਹਰੇ ਕੋਈ ਵੀ ਚੀਜ਼ ਜਿਹੜੀ ਆ, ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਅਸੀਂ ਕਹਿੰਦੇ ਸੀ ਅਟਕ ਦਰਿਆ ਮੂਹਰੇ ਅਟਕ ਮੂਹਰੇ, ਉਹ ਕਹਿੰਦੇ ਕੀ ਅਟਕ ਹੋ ਸਕਦਾ, ਇਸੇ ਕਰਕੇ ਪੰਜਾਬੀਆਂ ਦੇ ਅਟਕ ਮੂਹਰੇ ਕੀ ਅਟਕ ਕੋਈ ਅਟਕਾ ਸਕਦਾ ਹੈ। ਜੀ ਬਿਲਕੁਲ, ਜਿਹੜੀ ਸਭ ਤੋਂ ਖਾਸ ਗੱਲ ਹੋਈ ਹੈ, ਜਿਹੜੀ ਇੱਕ ਕਹਿ ਸਕਦੇ ਆ ਸਾਨੂੰ ਜਿਹੜਾ ਫਾਇਦਾ ਹੋਣਾ ਹੈ ਕਿ ਬੜਾ ਲੰਬਾ ਸਮਾਂ ਲੱਗ ਗਿਆ ਸੀਗਾ, ਖਾਸ ਤੌਰ ਤੇ ਜਿਹੜੇ ਭਾਜਪਾ ਵਾਲੇ ਉਹਨਾਂ ਨੂੰ ਲੰਬਾ ਸਮਾਂ ਲੱਗ ਗਿਆ ਸੀਗਾ ਹਰਿਆਣਾ ਤੇ ਪੰਜਾਬ ਦੇ ਵਿੱਚ ਫਰਕ ਪਾਉਣ ਨੂੰ, ਬੜਾ ਜ਼ੋਰ ਲੱਗਿਆ ਹੋਇਆ ਸੀ ਉਹਨਾਂ ਦਾ ਕਿ ਇਹਨਾਂ ਲੋਕਾਂ 'ਚ ਫਰਕ ਪਵੇ, ਕਦੇ ਪਾਣੀਆਂ ਦੇ ਨਾਂ ਤੇ ਲੜਾਈ, ਕਦੇ ਕੁਝ ਤੇ ਇੱਥੋਂ ਤੱਕ ਕਿ ਜਦੋਂ ਸਾਡੇ ਪੰਜਾਬ ਵਾਲੇ ਦਿੱਲੀ ਵੱਲ ਨੂੰ ਉਹਨਾਂ ਨੇ ਮੂੰਹ ਕਰ ਲਿਆ ਸੀ ਤੇ ਹਰਿਆਣੇ ਵਿੱਚੋਂ ਗੁਜ਼ਰੇ ਸੀ, ਸਾਡੇ ਲੋਕਾਂ ਦੇ ਮਨ 'ਚ ਵੀ ਕਿਤੇ ਨਾ ਕਿਤੇ ਆ ਗਈ ਸੀ ਵੀ ਹਰਿਆਣੇ ਵਾਲਿਆਂ ਨੇ ਸਾਡੇ ਨਾਲ ਬੁਰਾ ਕੀਤਾ। ਪਰ ਹਰਿਆਣੇ ਵਾਲਿਆਂ ਨੇ ਆਪਣਾ ਸੇਵਾ ਦਾ ਸੰਕਲਪ ਦਿਖਾ ਕੇ ਸਾਬਿਤ ਕਰ ਦਿੱਤਾ ਵੀ ਭਾਈ ਉਹ ਸਰਕਾਰੀ ਮਸ਼ੀਨਰੀ ਸੀ ਜਿਨ੍ਹਾਂ ਨੇ ਰਾਤ ਸਾਡੇ ਖੱਡੇ ਖੋਦੇ ਸੀ, ਅਸੀਂ ਤਾਂ ਭਰਮ ਵਾਲਿਆਂ ਦੇ ਵਿੱਚੋਂ ਹਨਾ। ਤੇ ਇਹ ਜਿਹੜੇ ਇੱਕ ਭਾਈਚਾਰਕ ਸਾਂਝ ਜਿਹੜੀ ਆ ਬੜੀ ਸੋਹਣੀ ਖੂਬਸੂਰਤੀ ਨਾਲ ਉੱਗ ਕੇ ਆਈ ਆ, ਤੇ ਮੈਨੂੰ ਲੱਗਦਾ ਵੀ ਇਹ ਖਤਮ ਹੋਣ ਵਾਲੀ ਤਾਂ ਨਹੀਂ। ਇਹ ਖਤਮ ਹੋਣ ਵਾਲੀ, ਦੇਖੋ 1 ਨਵੰਬਰ 1966 ਤੋਂ ਪਹਿਲਾਂ ਸਾਡਾ ਹੀ ਹਿੱਸਾ ਸੀ ਨਾ ਉਹ ਧਰਤੀ ਦਾ ਟੋਟਾ। ਔਰ ਕਹਿ ਸਕਦੇ ਹਾਂ ਜਦੋਂ ਅਸੀਂ ਪੰਜਾਬ ਦੀ ਵਿਸ਼ਾਲਤਾ ਦੇਖਦੇ ਸੀ, ਹਿਮਾਚਲ ਹਰਿਆਣਾ ਦੀਆਂ ਅੱਜ ਕਹਿ ਸਕਦੇ ਹਾਂ, ਪਰ ਉਦੋਂ ਤੇ ਕਿਤੇ ਨਹੀਂ ਸੀ, ਹੱਦਾਂ ਸਾਡੀਆਂ ਦਿੱਲੀ ਤੱਕ ਲੱਗਦੀਆਂ ਸੀਗੀਆਂ। ਉਹ ਅੰਦਰ ਖਾਤੇ ਹੁਣ ਹੁੰਦਾ ਕਿ ਅਸੀਂ ਜਿਵੇਂ ਅਸੀਂ 84 ਦੇ ਵਿੱਚ ਭਜਨ ਲਾਲ ਦੀ ਗੱਲ ਕਰਦੇ ਹਾਂ, ਉਸ ਸਮੇਂ ਵੀ ਜਦੋਂ ਸਿੰਘ ਜਾਂਦੇ ਸੀ ਤਾਂ ਰਾਹ 'ਚ ਰੋੜੇ ਟਕਾਏ ਗਏ ਸੀ, ਇੱਕ ਕਿਤੇ ਉਹ ਇੱਕ ਗੱਲ ਇਤਿਹਾਸ ਦੀ ਪਈ ਸੀ। ਦੂਜੇ ਪੱਖ ਹੁਣ ਜਦੋਂ ਇਸ ਖੱਟੜ ਸਰਕਾਰ ਨੇ ਉਹੀ ਕਰਤੂਤ ਕਰ ਵਿਖਾਈ ਆ, ਫਿਰ ਇੱਕ ਵਾਰੀ ਪੰਜਾਬੀਆਂ ਦੇ ਮਨ 'ਚ ਕਿਤੇ ਆਈ ਸੀ, ਖਾਸ ਤੌਰ ਦੇ ਉੱਤੇ ਸਿੱਖ ਸੰਸਥਾਵਾਂ ਦੇ ਮਨ ਦੇ ਵਿੱਚ ਵੀ ਇਹ ਗੱਲ ਆਈ ਸੀ ਵੀ ਉਹੀ ਕਿਤੇ ਕੱਲ ਨਾ ਹੋ ਜੇ ਜਿਹੜੀ ਉਦੋਂ ਕੀਤੀ ਗਈ ਹੈ 84 ਵੇਲੇ, ਹੁਣ ਉਦੋਂ ਭਜਨ ਲਾਲ ਸੀ, ਹੁਣ ਖੱਟੜ ਹੈ। ਪਰ ਗੱਲ ਕਿਤੇ ਇਹ ਆਈ ਹੈ, ਆਮ ਲੋਕ ਜਿਹੜੇ ਹੁੰਦੇ ਆ ਰਾਜਨੀਤੀ ਵਾਨਾਂ ਤੋਂ, ਉਹਨਾਂ ਦੀ ਗੰਦੀ ਸੋਚ ਤੋਂ ਅਲੱਗ ਹੁੰਦੇ ਆ, ਉਹਨਾਂ ਨੇ ਉਹ ਪਿਆਰ ਜਿਹੜਾ ਆ ਉਹ ਵੰਡਿਆ ਆ, ਉਹ ਸਹਿਯੋਗ ਦਿੱਤਾ, ਉਹ ਰਲੇ ਆ, ਉਹਨਾਂ ਨੂੰ ਅਥਾਹ ਖੁਸ਼ੀ ਆ, ਦਿਲੀ ਖੁਸ਼ੀ ਹੈ ਇਸ ਗੱਲ ਦੀ ਆ ਕਿ ਅਸੀਂ ਆਪਦੇ ਪੰਜਾਬੀ ਭਰਾਵਾਂ ਦੇ ਨਾਲ ਖੜੇ ਹਾਂ, ਅਸੀਂ ਉਹਨਾਂ ਦਾ ਸਹਿਯੋਗ ਕਰ ਰਹੇ ਹਾਂ। ਔਰ ਇਸ ਟਾਈਮ ਮੈਂ ਕਹਿ ਸਕਦਾ ਕਿ ਦੇਸ਼ ਵਿੱਚ ਚੱਲ ਰਹੇ ਇਸ ਅੰਦੋਲਨ ਵਿੱਚ ਸਭ ਤੋਂ ਪਹਿਲਾਂ ਪੰਜਾਬ ਆਇਆ ਤੇ ਪੰਜਾਬ ਦੇ ਨਾਲ ਹਰਿਆਣਾ ਆ ਕੇ ਖੜਾ ਹੋਇਆ।
ਸਕੇ ਭਰਾ ਵਾਂਗੂ, ਹੂੰ। ਇਹ ਸਾਂਝ ਟੁੱਟੂਗੀ ਨਹੀਂ। ਨਹੀਂ ਹੁਣ ਤਾਂ ਇਹ ਕਹਿੰਦੇ ਨੇ ਚਾਚੇ ਤਾਏ ਦੇ ਪੁੱਤ ਤਾਂ ਪੁੱਤ, ਬਾਕੀ ਸਾਰੇ ਚਾਚੇ ਤਾਏ ਜਿਹੜੇ ਆ ਬਿਲਕੁਲ, ਗਏ ਹੋਏ ਆ। ਤੁਸੀਂ ਬਿਲਕੁਲ। ਦੇਖੋ ਕੱਲੇ ਪੰਜਾਬ ਦੇ ਵਿੱਚੋਂ ਹੀ ਨਹੀਂ, ਹਰਿਆਣੇ ਦੇ ਪਿੰਡਾਂ ਦੇ ਵਿੱਚੋਂ ਹੀ ਨਹੀਂ, ਪੂਰੇ ਭਾਰਤ ਵਰਸ਼ ਦੇ ਵਿੱਚੋਂ ਜਿਹੜੇ ਆ ਬਿਲਕੁਲ। ਲੋਕਾਂ ਨੇ ਇੱਕ ਛੋਟੇ ਵੱਡੇ ਮਾਰਚਾਂ ਦੇ ਰੂਪ ਵਿੱਚ ਇਹ ਇੱਕ ਸਾਈਨ ਦਿੱਤਾ ਹੈ ਵੀ ਭਾਈ ਅਸੀਂ ਸਾਰੇ ਬਿਲਕੁਲ ਜਿਹੜੇ ਦਿੱਲੀ ਬੈਠੇ ਕਿਸਾਨੀ ਅੰਦੋਲਨਕਾਰੀ ਹੈਗੇ ਆ ਉਹਨਾਂ ਦੇ ਨਾਲ ਆ ਤੇ ਅਸੀਂ ਪਹੁੰਚ ਸਕਦੇ ਆ। ਬਿਲਕੁਲ, ਬਹੁਤ ਖੂਬਸੂਰਤ ਪਲ ਸੀਗੇ। ਅਸੀਂ ਤਾਂ ਇੱਥੇ ਸਟੂਡੀਓ ਵਿੱਚ ਬੈਠੇ ਆ, ਕਾਸ਼ ਅਸੀਂ ਉੱਥੇ ਹਿੱਸਾ ਬਣਦੇ, ਪਰ ਅਸੀਂ ਉੱਥੋਂ ਦੇਖ ਰਹੇ ਹਾਂ ਕਿਉਂਕਿ ਸਾਡਾ ਸਾਰਾ ਪਰਿਵਾਰ ਜਿਹੜਾ ਹੈਗਾ ਔਨ 에ਅਰ ਦਾ ਉੱਥੇ ਪਹੁੰਚਿਆ ਹੋਇਆ। ਕਹਿ ਸਕਦੇ ਹਾਂ ਕਿ ਬਹੁਤ ਵੱਡੀ ਗੱਲ ਹੈ ਕਿ ਸਾਨੂੰ ਪਲ ਪਲ ਦੀ ਜਿਹੜੀ ਆ ਖਬਰ ਜਿਹੜੀ ਰਿਪੋਰਟ ਦੇ ਰਹੇ ਆ। ਇੰਨੀ ਠੰਡ ਦੇ ਵਿੱਚ ਸਾਡੇ ਉਹ ਸਿਰੜੀ ਉਹਦੇ ਲੱਗੇ ਹੋਏ ਆ, ਔਰ ਕਿਸਾਨੀ ਅੰਦੋਲਨ ਵਿੱਚ ਮੈਂ ਕਹਿ ਸਕਦਾ ਕਿ ਸਾਡਾ ਔਨ 에ਅਰ ਦਾ ਵੀ ਇੱਕ ਬਹੁਤ ਵੱਡਾ ਹਿੱਸਾ ਆ। ਤੇ ਇਸ ਨਾਲ ਇਹ ਖੂਬਸੂਰਤ ਹੋਰ ਵੱਧ ਜਾਂਦੀ ਹੈ ਕਿ ਜਦੋਂ ਸਾਰੇ ਜਣੇ ਇੱਕ ਹੋ ਕੇ ਆਪਣੇ ਹੱਕ ਦੇ ਲਈ, ਆਪਣੀਆਂ ਮੰਗਾਂ ਦੇ ਲਈ ਉੱਥੇ ਇਹ ਯੁੱਧ ਨੂੰ ਲੜਦੇ ਆ। ਹੁਣ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਵੱਡੇ ਸਸਪੈਂਸ ਹੈਗੇ ਆ, ਇੱਕ ਤਾਂ ਅੱਜ ਦੀ ਮੀਟਿੰਗ ਦਾ ਜਿਹੜਾ ਕੀ ਨਤੀਜਾ ਨਿਕਲਦਾ ਸ਼ਾਮ ਤੱਕ ਦਾ ਜਿਹੜਾ ਉਹ ਵੇਟ ਕਰਨੀ ਹੋਊਗੀ ਸਾਨੂੰ। ਤੇ ਇੱਕ ਜਿਹੜੇ ਬਾਬਾ ਲੱਖਾ ਸਿੰਘ ਜੀ ਵਾਲਾ ਸਸਪੈਂਸ ਨਵਾਂ ਕ੍ਰੀਏਟ ਹੋਇਆ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਰੰਗ ਫੜਦਾ, ਕੀ ਇਹਦੇ ਵਿੱਚੋਂ ਇਹ ਵੀ ਸਾਹਮਣੇ ਉੱਭਰ ਕੇ ਆ ਜਾਊਗਾ, ਇਹ ਵੀ ਸਾਹਮਣੇ ਨਿਕਲਦੀਆਂ। ਤੇ ਅਮਰੀਕਾ ਦੇ ਵਿੱਚ ਜਿਸ ਦਿਨ ਤੱਕ ਜੋ ਬਾਈਡਨ ਸਾਹਿਬ ਜਿਹੜੀ ਆਪਣੇ ਸਹੁੰ ਚੁੱਕ ਸਮਾਗਮ ਕਰ ਨਹੀਂ ਲੈਂਦੇ, ਬਿਲਕੁਲ ਉਹ ਉਡੀਕ ਤਾਂ ਰੱਖਾਂਗੇ, ਖਤਰਾ ਬਣਿਆ ਹੋਇਆ। ਤੇ ਜਿਹੜੇ ਅਨੁਸ਼ਾਸਨ ਨਾਲ ਸੰਬੰਧਿਤ ਜਿਹੜੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ, ਤੇ ਉੱਥੇ ਕਹਿ ਸਕਦੇ ਆ ਵੀ ਜਿਵੇਂ ਇੱਕ ਰਾਸ਼ਟਰਪਤੀ ਰਾਜ ਲਾਗੂ ਕਰਨ ਵਾਲੀ ਜਿਹੜੀ ਸਥਿਤੀ ਕ੍ਰੀਏਟ ਕਰ ਦਿੱਤੀ ਗਈ ਆ। ਤੇ 15 ਦਿਨ ਤੱਕ ਉਹਨਾਂ ਨੂੰ ਇਹ ਡਰ ਹੈਗਾ ਵੀ ਅਜੇ ਵੀ ਜਿਹੜਾ ਕੁਝ ਨਾ ਕੁਝ ਹੋ ਸਕਦਾ, ਉਹਦੇ ਲਈ ਉਹਨਾਂ ਨੇ ਪ੍ਰਬੰਧ ਕਰ ਲਏ ਆ। ਕਾਫੀ ਸਾਰੀਆਂ ਰੋਕਾਂ ਲੱਗ ਚੁੱਕੀਆਂ ਹੋਈਆਂ, ਤੇ ਉਹ ਵੀ ਇੱਕ ਕਹਿੰਦੇ ਆ ਵੀ ਦੇਖਣ ਵਾਲਾ ਹੋਊਗਾ ਵੀ ਆਉਣ ਵਾਲੇ ਦਿਨਾਂ 'ਚ ਕੀ ਹੁੰਦਾ। ਤੇ ਸਹੁੰ ਚੱਕ ਸਮਾਗਮ ਤੱਕ, ਟਰੰਪ ਸਾਹਿਬ ਦੇ ਵਾਈਟ ਹਾਊਸ 'ਚੋਂ ਜਾਣ ਤੱਕ, ਤੇ ਜੋ ਬਾਈਡਨ ਸਾਹਿਬ ਦੇ ਵਾਈਟ ਹਾਊਸ ਦੇ ਵਿੱਚ ਆਉਣ ਤੱਕ, ਐਂਟਰ ਕਰਨ ਤੱਕ ਕੀ ਸੀਨ ਹੋ ਸਕਦੇ ਆ ਨਵੇਂ। ਖੈਰ ਜਿਹਦੇ ਵਿੱਚ ਜਾਨਾਂ ਜਾ ਰਹੀਆਂ ਲੋਕਾਂ ਦੀਆਂ, ਉਹ ਬਹੁਤ ਹੀ ਸੀਰੀਅਸ ਮੁੱਦਾ, ਤੇ ਇਹਦੇ ਤੋਂ ਤਾਂ ਬਚਾਅ ਕਰਨਾ ਚਾਹੀਦਾ। ਤੇ ਦੇਸ਼ ਦੇ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਭਾਈ, ਲੋਕਾਂ ਦੀਆਂ ਵੋਟਾਂ ਦੇ ਨਾਲ ਤੁਸੀਂ ਜਿਹੜੇ ਦੇਸ਼ ਦੇ ਪ੍ਰਬੰਧਕ ਬਣਦੇ ਆ, ਚਿੱਟੀਆਂ ਕੁਰਸੀਆਂ ਦੇ ਉੱਤੇ ਬਹਿੰਦੇ ਆ, ਤੇ ਇਹਨਾਂ ਦੀ ਜਿਹੜੀ ਜਾਨ ਮਾਲ ਦੀ ਰਾਖੀ ਕਰਨ ਦੀ ਥੋੜੀ ਜਿਹੀ ਇਨਸਾਨੀਅਤ ਜਿੰਦਾ ਰੱਖਣੀ ਜ਼ਰੂਰੀ ਹੈ। ਸੋ ਇਹਨਾਂ ਸਾਰੀਆਂ ਖਬਰਾਂ ਦੇ ਉੱਤੇ ਨਜ਼ਰ ਬਣਾਈ ਰੱਖਣ ਦੇ ਲਈ ਜੁੜੇ ਰਹੋ ਔਨ 에ਅਰ ਦੇ ਨਾਲ। ਇਸ ਵੇਲੇ ਪ੍ਰੋਗਰਾਮ ਸਾਂਝ ਸਵੇਰ ਦੇ ਵਿੱਚ ਮੈਨੂੰ ਰਮਨ ਤੂਰ ਨੂੰ ਤੇ ਕਮਲਜੀਤ ਸਿੱਧੂ ਜੀ ਨੂੰ ਦਿਓ ਇਜਾਜ਼ਤ। ਸ਼ੁਕਰੀਆ।